ਕਿਉਂ ਸਚਿਆਰਾ ਹੋਈਐ। ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਹੋਈਐ। ਕਿਉਂ ਕੂੜੈ ਟੁੱਟੈ ਹਾਰ, ਕਿਉਂ ਕੂੜੈ ਟੁੱਟੈ ਹਾਰ। ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਹੋਈਐ। ਕਿਉਂ ਕੂੜੈ ਟੁੱਟੈ ਪਾਰ, ਕਿਉਂ ਕੂੜੈ ਟੁੱਟੈ ਪਾਰ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਮ, ਨਾਨਕ ਲਿਖਿਆ ਨਾਮ। ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਹੋਈਐ। ਕਿਉਂ ਕੂੜੈ ਟੁੱਟੈ ਪਾਰ, ਕਿਉਂ ਕੂੜੈ ਟੁੱਟੈ ਪਾਰ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਮ, ਨਾਨਕ ਲਿਖਿਆ ਨਾਮ। ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ, ਕਿਉਂ ਸਚਿਆਰਾ, ਕਿਉਂ ਸਚਿਆਰਾ ਹੋਈਐ। ਪਿਆਰੀ ਸਾਧ ਸੰਗਤ ਜੀ, ਹੁਣ ਤੱਕ ਅਸੀਂ ਆਪਣੀ ਤੁੱਛ ਬੁੱਧੀ ਅਨੁਸਾਰ 26 ਨੰਬਰ ਪੌੜੀ ਤੱਕ ਇਸ ਨੂੰ ਇਸ ਪੱਖੋਂ ਸਮਝਣ ਦਾ ਯਤਨ ਕੀਤਾ ਕਿ ਇਹ ਸ਼ਬਦ, ਇਹ ਸਾਰੇ ਪਾਠ ਦੀ ਇੱਕ ਇੱਕ ਪੰਕਤੀ ਮੈਨੂੰ ਕੀ ਸੇਧ ਦਿੰਦੀ ਹੈ, ਮੇਰੇ ਜੀਵਨ ਵਿੱਚ ਕਿਵੇਂ ਬਦਲਾਅ ਹਟਾ ਸਕਦੀ ਹੈ, ਉਸ ਨੂੰ ਮੈਂ ਅੱਜ ਆਪਣੇ 'ਤੇ ਕਿਵੇਂ ਟੁਕਾਵਾਂ। ਇਸ ਪੱਖੋਂ ਸਮਝਣ ਵੇਲੇ ਜੋ ਪੁਰਾਣੇ ਪ੍ਰਚਲਿਤ ਅਰਥ ਸਨ, ਕਈ ਦਫਾ ਇੰਝ ਲੱਗਦਾ ਵੀ ਉਹ ਅਰਥ ਸਾਰੇ ਬਦਲ ਗਏ ਨੇ। ਕਈਆਂ ਨੂੰ ਉਹ ਮੁਸ਼ਕਿਲ ਵੀ ਲੱਗਦਾ ਹੈ ਕਿ ਵੀ ਇਹ ਅਰਥ ਦੇ ਕਿਸ ਤਰ੍ਹਾਂ ਹੋ ਸਕਦੇ ਨੇ। ਕਈਆਂ ਨੂੰ ਗ੍ਰਾਮਰ 'ਤੇ ਥੋੜ੍ਹਾ ਜਿਹਾ ਫਰਕ ਪੈਂਦਾ ਹੈ ਕਿ ਜੀ ਗ੍ਰਾਮਰ ਦਾ ਧਿਆਨ ਜੇਕਰ ਰੱਖੋ ਤਾਂ ਇਹ ਅਰਥ ਨਹੀਂ ਹੋਣਗੇ। ਮੈਂ ਬੜੀ ਨਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਸਾਧ ਸੰਗਤ ਜੀ, ਗੁਰਬਾਣੀ ਦਾ ਇੱਕ ਇੱਕ ਅੱਖਰ ਇਹ ਜੁਗੋ ਜੁਗ ਅਟਲ ਅਸੀਂ ਮੰਨਦੇ ਹਾਂ ਅਤੇ ਇਹ ਵੀ ਮੰਨਦੇ ਹਾਂ ਇਹ ਸੱਚ ਹੈ। ਅਤੇ ਅਸੀਂ ਬਾਣੀ ਤੋਂ ਇਹ ਵੀ ਸਮਝਦੇ ਹਾਂ ਕਿ ਸੱਚ ਪੁਰਾਣਾ ਨਾਥੀ ਹੈ, ਸੱਚ ਪੁਰਾਣਾ ਨਹੀਂ ਹੁੰਦਾ। ਜਦੋਂ ਅਸੀਂ ਇਸ ਨੂੰ ਇਸ ਪੱਖੋਂ ਪੇਸ਼ ਕਰਦੇ ਹਾਂ ਕਿ 500 ਸਾਲ ਪਹਿਲਾਂ ਗੁਰੂ ਪਾਤਸ਼ਾਹ ਨੇ ਇਹਨੂੰ ਜੀ ਕੇ ਵਿਖਾਇਆ
ਤਾਂ ਆਮ ਜਿਹੜਾ ਮਨੁੱਖ ਹੈ ਉਹ ਇਹ ਕਹਿੰਦਾ ਹੈ ਕਿ ਉਹ ਤਾਂ ਗੁਰੂ ਪਾਤਸ਼ਾਹ ਸਨ, ਅਸੀਂ ਦੁਨਿਆਵੀ ਜੀਵ ਹਾਂ। ਜਦ ਕਿ ਵਿਚਾਰ ਦੀ ਕਸਵੱਟੀ 'ਤੇ ਸਾਨੂੰ ਸਮਝਾਇਆ ਜਾ ਰਿਹਾ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਜੇ ਮੇਰੇ ਮਨ ਨੂੰ ਸਤਿਗੁਰ ਕੇ ਭਾਣੇ ਚੱਲਣਾ ਹੈ ਤਾਂ ਇਹਦਾ ਮਤਲਬ ਇਹ ਦੁਨਿਆਵੀ ਜੀਵ ਵਾਸਤੇ ਹੀ ਹੈ। ਦੁਨਿਆਵੀ ਜੀਵ ਮੀਨਸ ਅਸੀਂ ਜਿਹੜੇ ਲੋਕੀ ਜੋ ਸਾਰੀ ਧਰਤੀ 'ਤੇ ਇਨਸਾਨ ਹਨ, ਸਾਰਿਆਂ ਦੇ ਵਾਸਤੇ, ਔਰ ਹਰ ਕਿਸੇ ਨੂੰ ਸਤਿਗੁਰ ਕੇ ਭਾਣੇ ਚੱਲਣ ਬਾਰੇ ਇਹਦੇ ਵਿੱਚ ਬਾਰ-ਬਾਰ ਦ੍ਰਿੜ ਕਰਾਇਆ ਗਿਆ। ਇਹਦਾ ਮਤਲਬ ਇਹ ਵੀ ਹੈ ਕਿ ਜਦੋਂ ਕਦੀ ਅਸੀਂ ਬਾਣੀ ਨੂੰ ਪੜ੍ਹਾਂਗੇ, ਬਾਣੀ ਨੂੰ ਪੜ੍ਹਨ ਦੇ ਬੜੇ ਸਾਰੇ ਪੜਾਅ ਹਨ। ਪਹਿਲਾ ਪੜਾਅ ਹੈ ਕਿ ਬਚਪਨ ਵਿੱਚ ਅਸੀਂ ਤੋਤਲੀ ਭਾਸ਼ਾ ਵਿੱਚ ਆਪਣੇ ਮਾਤਾ ਪਿਤਾ ਕੋਲੋਂ ਕੁਝ ਅੱਖਰ ਉਚਾਰਨੇ ਸਿੱਖਦੇ ਹਾਂ। ਬੱਚਾ ਸ਼ੁਰੂ ਵਿੱਚ ਏਕ ਓਂਕਾਰ ਛੱਤ ਨਾਮ ਬੋਲਦਾ ਹੈ। ਆਸਤਾ ਆਸਤਾ ਉਹ ਉਸ ਨੂੰ ਸ਼ੁੱਧ ਕਰਨ ਦਾ ਵੀ ਯਤਨ ਕਰਦਾ ਹੈ, ਸਤਨਾਮ ਬੋਲਦਾ ਹੈ। ਫਿਰ ਥੋੜ੍ਹੇ ਦਿਨਾਂ ਬਾਅਦ ਉਸ ਨੂੰ ਏਕ ਓਂਕਾਰ ਸਤਨਾਮ ਕਰਦੇ ਹੋਏ ਗੁਰਪ੍ਰਸਾਦ ਤੱਕ ਯਾਦ ਹੋ ਜਾਂਦਾ ਹੈ। ਫਿਰ ਅਸੀਂ ਘਰ ਵਿੱਚ ਬੱਚਿਆਂ ਨੂੰ ਇੱਕ ਇੱਕ ਪੌੜੀ ਸਿਖਾਉਣੀ ਸ਼ੁਰੂ ਕਰਦੇ ਹਾਂ, ਤਾਂ ਸਾਡਾ ਬੱਚਾ ਇੱਕ ਇੱਕ ਪੌੜੀ ਸਿੱਖ ਜਾਂਦਾ ਹੈ। ਉਹ ਕਦੀ ਅਸੀਂ ਵੀ ਉਸੀ ਸਟੇਜ ਤੋਂ ਲੰਘਦੇ ਹਾਂ, ਭਾਵੇਂ ਜਿਸ ਮਰਜ਼ੀ ਉਮਰ ਦੇ ਹੁੰਦੇ ਹਾਂ। ਜਿਸ ਦਿਨ ਬਾਣੀ ਪੜ੍ਹਨਾ ਸ਼ੁਰੂ ਕਰਦੇ ਹਾਂ, ਸਾਡੀ ਉਹੀ ਬੱਚੇ ਵਾਲੀ ਅਵਸਥਾ ਹੁੰਦੀ ਹੈ, ਔਰ ਅਸੀਂ ਆਸਤਾ ਆਸਤਾ ਬਾਣੀ ਪੜ੍ਹ ਕੇ ਅੱਗੇ ਵੱਧਦੇ ਹਾਂ। ਸ਼ੁੱਧ ਉਚਾਰਨ ਕਰਨ ਤੱਕ ਸਾਡੀ 2-3 ਲੈਵਲ 'ਤੇ ਅਵਸਥਾ ਅੱਗੇ ਵੱਧਦੀ ਹੈ, ਔਰ ਉਹ ਸ਼ੁੱਧ ਉਚਾਰਨ ਕਰਨ ਤੋਂ ਬਾਅਦ ਸਾਡਾ ਚਿੱਤ ਕਰਦਾ ਹੈ ਕਿ ਮੈਂ ਇਸ ਨੂੰ ਸਮਝਾਂ। ਜਦੋਂ ਸਮਝਣ ਲੱਗਦੇ ਹਾਂ ਤਾਂ ਸਾਨੂੰ ਵਿਆਕਰਣ ਬਹੁਤ ਕੰਮ ਆਉਂਦੀ ਹੈ। ਵਿਆਕਰਣ ਗੁਰੂ ਗ੍ਰੰਥ ਸਾਹਿਬ ਦਾ ਬੜਾ ਕੀਮਤੀ ਪੱਖ ਹੈ, ਔਰ ਵਿਆਕਰਣ ਨਾਲ ਸਾਨੂੰ ਕਈ ਜਗ੍ਹਾ ਜਿੱਥੇ ਟਪਲਾ ਲੱਗਦਾ ਹੁੰਦਾ ਹੈ, ਬੜੇ ਬਰੀਕੀ ਦੇ ਨਾਲ ਅਰਥ ਸਮਝ ਆਉਣੇ ਸ਼ੁਰੂ ਹੁੰਦੇ ਨੇ। ਵਿਆਕਰਣ ਤੋਂ ਬਾਅਦ ਅਸੀਂ ਸ਼ਬਦਾਂ ਦੀ ਗਹਿਰਾਈ ਤੱਕ ਜਾਣ ਵਾਸਤੇ ਕੁਝ ਅਗਲੇ ਪਿਛਲੇ ਸ਼ਬਦ ਦੇਖਦੇ ਹਾਂ। ਬਾਣੀ ਦੀ ਬਣਤਰ ਦਾ ਇੰਟਰਨਲ ਜਿਹੜਾ ਲੌਜਿਕ ਹੈ ਉਸ ਨੂੰ ਸਮਝਦੇ ਹਾਂ ਕਿ ਰਹਾਉ ਵਿੱਚ ਕੀ ਕਿਹਾ ਗਿਆ ਹੈ, ਸਿਰਲੇਖ ਕੀ ਹੈ, ਪਿਛਲਾ ਸ਼ਬਦ, ਇਹਦੇ ਲੜੀਵਾਰ ਪਿਛਲੇ 10-15 ਸ਼ਬਦ ਕਿਹੜੇ ਚੱਲ ਰਹੇ ਨੇ। ਜੇ ਫਰਜ਼ ਕਰੋ ਕਿਸੇ ਰਾਗ ਦੇ ਅਸੀਂ 78 ਨੰਬਰ ਸ਼ਬਦ ਨੂੰ ਦੇਖ ਰਹੇ ਹਾਂ, ਤਾਂ ਕਈ ਵਾਰੀ ਅਸੀਂ ਉਸ ਰਾਗ ਦੇ ਸਭ ਤੋਂ ਪਹਿਲੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਸ਼ਬਦ ਤੱਕ ਜਾਣ ਦਾ ਪਿੱਛੇ ਯਤਨ ਕਰਦੇ ਹਾਂ। ਮੀਨਸ 78 ਸ਼ਬਦਾਂ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹ ਕੇ ਫਿਰ ਸਮਝਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਇਸ ਟੌਪਿਕ ਬਾਰੇ ਕੀ ਕਿਹਾ ਹੈ। ਉਹਦੇ ਨਾਲ ਸਾਨੂੰ ਉਸੇ ਦੇਸ਼ ਸਪੈਸੀਫਿਕਲੀ ਉਸੀ ਲੀਹਾਂ 'ਤੇ ਸੋਚਣ ਅਤੇ ਅਮਲੀ ਤੌਰ 'ਤੇ ਟੁਰਨ ਦੀ ਸੇਧ ਮਿਲਦੀ ਹੈ। ਇਹ ਬਾਣੀ ਦੇ ਪੜਾਅ ਨੇ। ਇੰਡੀਵਿਜੂਅਲ 'ਤੇ ਡਿਪੈਂਡ ਕਰਦਾ ਉਹ ਕਿੱਥੇ ਖਲੋਂਦਾ ਹੈ। ਕਈ ਸੱਜਣਾਂ ਨੂੰ ਕੇਵਲ ਤੇ ਕੇਵਲ ਪੜ੍ਹਨ ਤੱਕ, ਆਪਣੇ ਆਪ ਨੂੰ ਪਾਠ ਕਰਨ ਤੱਕ ਰੱਖਣ ਦਾ ਸਵਾਦ ਆਉਂਦਾ ਹੈ। ਕਈ ਸੱਜਣਾਂ ਨੂੰ ਉਹਦੀ ਕੇਵਲ ਗਾਇਕੀ ਤੱਕ ਸਵਾਦ ਆਉਂਦਾ ਹੈ। ਸਾਡੇ 'ਤੇ ਡਿਪੈਂਡ ਕਰਦਾ ਹੈ ਕਿ ਇਹ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਤੱਕ ਅਸੀਂ ਕਿਵੇਂ ਪਹੁੰਚਣਾ ਹੈ। ਮੈਨੂੰ ਆਪਣੇ ਅੰਤਰ ਆਤਮੇ ਵਿੱਚ ਝਾਤੀ ਕਿਵੇਂ ਮਾਰਨੀ ਹੈ। ਇਸ ਕਰਕੇ ਜਦੋਂ ਅਸੀਂ ਬਾਣੀ ਦੇ ਸ਼ੁੱਧ ਉਚਾਰਨ ਤੋਂ ਲੈ ਕੇ ਗ੍ਰਾਮਰ ਦੇ ਪੱਖ ਤੱਕ ਜਾਂਦੇ ਹਾਂ, ਉਸ ਤੋਂ ਅਗਲਾ ਇੱਕ ਪੱਖ ਆਉਂਦਾ ਹੈ ਜਿਸ ਨੂੰ ਅਸੀਂ ਭਾਵ ਅਰਥ ਕਹਿੰਦੇ ਹਾਂ। ਭਾਵ ਅਰਥ ਮੈਨੂੰ ਹਰ ਹਾਲਤ ਵਿੱਚ ਮਜਬੂਰ ਕਰ ਦਿੰਦਾ ਹੈ ਕਿ ਮੈਂ ਉਸ 'ਤੇ ਅਮਲੀ ਤੌਰ 'ਤੇ ਟੁਰਾਂ। ਜਿਸ ਗੱਲ ਦਾ ਭਾਵ ਨਾ ਨਿਕਲ ਸਕੇ, ਉਹ ਗੱਲ ਕਿਤਨੇ ਵੀ ਲੌਜਿਕਸ ਦੇ ਨਾਲ ਪੇਸ਼ ਕੀਤੀ ਜਾਏ, ਜੇ ਮੈਨੂੰ ਉਸ ਦਾ ਭਾਵ ਹੀ ਨਹੀਂ ਸਮਝ ਆਇਆ ਤਾਂ ਮੈਂ ਉਸ ਨੂੰ ਅਮਲੀ ਤੌਰ 'ਤੇ ਜੀ ਨਹੀਂ ਸਕਦਾ। ਮੇਰੀ ਮਾਂ ਪਿਆਜ਼ ਕੱਟਣਾ ਚਾਹੁੰਦੀ ਹੈ, ਟਮਾਟਰ ਕੱਟਣਾ ਚਾਹੁੰਦੀ ਹੈ, ਸਬਜ਼ੀ ਕੱਟਣਾ ਚਾਹੁੰਦੀ ਹੈ, ਔਰ ਜਦੋਂ ਉਹ ਮੈਨੂੰ ਕਵੇ, ਗ੍ਰਾਮਰ ਵੀ ਲਿਖ ਕੇ ਦਿਖਾਵੇ, ਔਰ ਮੈਨੂੰ ਬੜੇ ਹੀ ਢੰਗ ਦੇ ਨਾਲ ਕਵੇ ਕਿ ਚਾਕੂ ਪਕੜਾ ਦਿਓ।
ਚਾਕੂ ਅਤੇ ਚਾਕੂ ਦੇ ਪਿੱਛੇ ਉਸ ਦਾ ਭਾਵ ਕੀ ਹੈ। ਉਹ ਸਬਜ਼ੀ ਕੱਟਣਾ ਚਾਹੁੰਦੀ ਹੈ। ਇਹ ਭਾਵ ਵੀ ਮੈਨੂੰ ਸਮਝ ਆਵੇ ਅਤੇ ਚਾਕੂ ਵੀ ਸਮਝ ਆਵੇ। ਚਾਕੂ ਇੱਕ ਲਫ਼ਜ਼ੀ ਅਰਥ ਹੈ, ਪਰ ਜਦੋਂ ਇਹ ਦੋਨੋਂ ਗੱਲਾਂ ਸਮਝ ਆਉਂਦੀਆਂ ਤਾਂ ਮੈਂ ਆਪਣੀ ਮਾਂ ਦੇ ਹੱਥ ਚਾਕੂ ਹੀ ਫੜਾਵਾਂਗਾ। ਪਰ ਮੈਂ ਉਹਦੇ ਅੱਗੇ ਟਰੰਕ ਰੱਖ ਦਿਆਂ ਜਾਂ ਮੈਂ ਉਹਦੇ ਅੱਗੇ ਸੋਟਾ ਲਿਆ ਕੇ ਰੱਖ ਦਿਆਂ ਤਾਂ ਇਹਦਾ ਮਤਲਬ ਮੈਨੂੰ ਪਤਾ ਹੀ ਨਹੀਂ ਹੈ ਮੇਰੀ ਮਾਂ ਦੀ ਗੱਲ ਦੇ ਪਿੱਛੇ ਇਸ ਦਾ ਭਾਵ ਕੀ ਹੈ। ਇਹਦਾ ਮਤਲਬ ਜੋ ਇਨਸਾਨ ਗੁਰਬਾਣੀ ਨੂੰ ਅਮਲੀ ਤੌਰ 'ਤੇ ਪ੍ਰੈਕਟੀਕਲ ਲਿਵਿੰਗ ਵਾਸਤੇ ਅੱਜ ਆਪਣੇ 'ਤੇ ਅਪਲਾਈ ਕਰਨਾ ਚਾਹੁੰਦਾ ਹੈ, ਉਸ ਦਾ ਇਸ ਹੱਦ ਤੱਕ ਫਰਜ਼ ਬਣ ਜਾਂਦਾ ਹੈ, ਅੰਦਰੋਂ ਆਪ ਹੀ ਭਾਵ ਅਰਥ ਤੱਕ ਪਹੁੰਚਣ ਦਾ ਯਤਨ ਕਰਦਾ ਹੈ। ਹਰ ਹਾਲ ਵਿੱਚ ਸਾਨੂੰ ਭਾਵ ਅਰਥ ਹੀ ਦੇਖਣਾ ਪਵੇਗਾ ਕਿ ਇਸ ਦਾ ਗਹਿਰਾਈ ਵਿੱਚ ਕੀ ਅਰਥ ਨਿਕਲ ਰਿਹਾ ਹੈ। ਜੇ ਮੈਨੂੰ ਹੁਕਮ ਕੀਤਾ ਜਾ ਰਿਹਾ ਹੈ ਤਾਂ ਆਵੋ ਗਾਵੋ ਜਾਵੋ ਦੇ ਹਾਹੇ ਨੂੰ ਔਂਕੜ ਹੋਏਗੀ। ਉਹਦੇ ਕੁਝ ਪਿਛਲੇ ਸ਼ਬਦ, ਅਗਲੇ ਸ਼ਬਦ, ਗੁਰੂ ਨਾਨਕ ਸਾਹਿਬ ਦਾ ਸ਼ਬਦ ਤੋਂ ਜਦੋਂ ਦੇਖਦੇ ਆਵਾਂਗੇ ਤਾਂ ਪਤਾ ਲੱਗੇਗਾ ਮੈਨੂੰ ਕੁਝ ਆਰਡਰ ਕੀਤਾ ਜਾ ਰਿਹਾ ਹੈ। ਫਰਜ਼ ਕਰੋ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਉੱਥੇ ਆਵੋ ਔਰ ਗਾਵੋ ਦੇ ਹਾਹੇ ਨੂੰ ਔਂਕੜ ਹੈ, ਮੈਨੂੰ ਹੁਕਮ ਕੀਤਾ ਜਾ ਰਿਹਾ। ਜਦੋਂ ਹੁਕਮੀ ਲਹਿਜ਼ੇ ਵਿੱਚ ਹੁਕਮੀ ਭਵਿੱਖਤ ਹੁੰਦਾ ਹੈ ਅਤੇ ਆਖਰੀ ਹਾਹੇ ਨੂੰ ਔਂਕੜ ਹੁੰਦੀ ਹੈ। ਪਰ ਜੇ ਫਸਟ ਪਰਸਨ ਦੀ ਲੈਂਗੁਏਜ ਵਿੱਚ ਹੋਵੇ ਕਿ ਮੈਂ ਜੇਕਰ ਸਿਮਰਾਂ, ਮੈਂ ਜੇਕਰ ਗਾਵਾਂ, ਤਾਂ ਹਾਹੇ ਔਂਕੜ ਦੇ ਬਦਲੇ ਫਸਟ ਪਰਸਨ ਦੀ ਲੈਂਗੁਏਜ ਵਿੱਚ ਊੜਾ ਬੰਦ ਹੁੰਦਾ ਹੈ। ਗਾਵੋਂ, ਸਿਮਰੋਂ, ਜਿਸ ਤਰ੍ਹਾਂ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਸਿਮਰੋਂ ਸਿਮਰ ਸਿਮਰ ਸੁਖ ਪਾਵੋਂ। ਜੇ ਮੈਂ ਉਸ ਨੂੰ ਉਚਾਰਨ ਕਰਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ, ਉਹਦਾ ਮਤਲਬ ਹੁੰਦਾ ਤੁਸੀਂ ਸਿਮਰੋ ਤੁਸੀਂ ਸੁਖ ਪਾਵੋ। ਪਰ ਉਹ ਫਸਟ ਪਰਸਨ ਦੀ ਲੈਂਗੁਏਜ ਵਿੱਚ ਹੈ ਤਾਂ ਗੁਰੂ ਪਾਤਸ਼ਾਹ ਉੱਥੇ ਊੜਾ ਬੰਦ ਲਗਾਉਂਦੇ ਨੇ। ਸਿਮਰੋਂ, ਮੈਂ ਸਿਮਰਦਾ ਹਾਂ, ਤਾਂ ਕੀ ਹੁੰਦਾ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਮੈਂ ਸੁਖ ਪਾਉਂਦਾ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਭਾਵ ਅਰਥ ਤੱਕ ਲਿਜਾ ਕੇ ਮੈਨੂੰ ਅਮਲੀ ਪ੍ਰੈਕਟੀਕਲ ਜੀਵਨ ਜੀਣ ਦੀ ਹਦਾਇਤ ਕਰਦੀ ਹੈ। ਇਸ ਕਰਕੇ ਮੈਨੂੰ ਭਾਵ ਅਰਥ ਸਮਝਣ ਵਾਲੇ ਪਾਸੇ ਜ਼ਰੂਰ ਜਾਣਾ ਹੀ ਚਾਹੀਦਾ ਹੈ। ਸਾਧ ਸੰਗਤ ਜੀ, ਜਦੋਂ ਭਾਵ ਅਰਥ ਸਮਝਦੇ ਹਾਂ ਤਾਂ ਬੜੀ ਸੁਆਦਲੀ ਖੇਡ ਵਾਪਰਦੀ ਹੈ। ਹੁਣ ਤੱਕ ਮੈਂ ਸੁਣਿਆ ਸੀ पिछले जन्म में हम कभी कुत्ता बिल्ली सांप कौआ और चील थे। जब जिस दिन मर जाएंगे फिर कुत्ता बिल्ली सांप चील बन जाएंगे। ऐ ते सुनिया सी। हुण कबीर साहब मैनूं समझा लगे ने, कबीर साहब मैनूं अज एक भाव समझा लगे ने। कबीर मन पंखी भयो। अच्छा, मैं सोच रहा सी मरण तो बाद बनेगा। कबीर मन पंखी भयो उड उड दै दिस जाए। मेरा मन पंखी बन गया है। दिस इज कॉल्ड रीइनकारनेशन, दिस इज कॉल्ड आवागमन। मेरा मन पंखी बन गया, उड उड दै दिस जाए। दै दिश 10 दिशावां किनू कहंदे ने? मेरे 10 ਜਿਹੜੇ ਦੁਆਰੇ ਨੇ, ਇਹਨਾਂ ਤੋਂ ਬਾਹਰ ਨਿਕਲ ਕੇ ਜਾਂਦਾ ਹੈ। ਅੱਖਾਂ ਤੋਂ ਨਿਕਲ ਕੇ ਜਾਏਗਾ ਤੇ ਵੈਸੇ ਵਾਲਾ ਸਵਾਦ ਲੇਗਾ, ਕੰਨਾਂ ਤੋਂ ਨਿਕਲ ਕੇ ਜਾਏਗਾ ਤੇ ਨਿੰਦਾ ਚੁਗਲੀ ਦਾ ਜਾਂ ਰਸ ਦਾ ਸਵਾਦ ਲੇਗਾ। ਇਸ ਤਰ੍ਹਾਂ ਦੰਦਾਂ ਤੋਂ ਨਿਕਲ ਕੇ ਜਾਏਗਾ, ਜੀਭ ਤੋਂ ਨਿਕਲ ਕੇ ਜਾਏਗਾ। ਕਿਸੇ ਚੀਜ਼ ਨੂੰ ਦੇਖ ਕੇ ਲਾਰ ਟਪਕ ਜਾਂਦੀ ਹੈ, ਉਹ ਜੀਭ ਤੋਂ ਜਾ ਰਿਹਾ ਹੈ, ਮੇਰਾ ਮਨ ਬਾਹਰ। कबीर मन पंखी प्यो उड उड दै दिस जाए, जो जैसी संगत मिले सो तैसो फल खाए। ਇਹਦਾ ਮਤਲਬ ਜਿਸ ਦਾ ਮਨ ਪੰਖੀ ਬਣ ਕੇ ਉਹਦੀ ਬੋਡੀ ਤੋਂ ਬਾਹਰ ਜਾਂਦਾ ਹੈ ਤਾਂ ਜੈਸਾ ਸੰਗਤ, ਜੈਸਾ ਸੋਚਣੀ ਦੇ ਢੰਗ ਦਾ ਫਲ ਖਾਂਦਾ ਹੈ, ਉਹ ਮਨੁੱਖ ਵੈਸਾ ਬਣ ਜਾਂਦਾ ਹੈ ਜੀਂਦੇ ਜੀ। ਕਬੀਰ ਜੀ ਕਹਿ ਰਹੇ ਮੇਰਾ ਮਨ ਅੱਜ ਪੰਖੀ ਬਣ ਗਿਆ। ਪਰ ਜੇ ਮੈਂ ਕਿਸੇ ਨੂੰ ਡੋਮੀਨੇਟ ਕਰਾਂ ਔਰ ਆਪਣਾ ਰਾਜ ਚਲਾਵਾਂ ਤਾਂ ਗੁਰੂ ਪਾਤਸ਼ਾਹ ਸੁਖਮਨੀ ਸਾਹਿਬ ਜੀ ਕਹਿੰਦੇ ਹਨ, ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ। ਇੱਕ ਮਰਨ ਤੋਂ ਬਾਅਦ ਦਾ ਨਰਕ ਹੁੰਦਾ ਹੈ,
वो कहते हैं नरक विच पिया होया है, जिसके अंतर राज अभिमान जो अपने नेड़े तरेड़े या दूर तक किसी भी एक भी मनुख नूं दबा के रखना चाहता है, जिहदे हुक्मां हेठां मनुख ना चलते होण, उसनूं वो बीमारी तंग करती है दूसरिਆਂ ਨੂੰ दबाण दी, तो कुत्ता बिल्ली बाल लैंदे ने और उन्होंने कहते सिट डाउन, डोंट गो देयर, डोंट बार्क, कम हीयर। ऑर्डर करन दी होंदी है, डोमीनेट करन दी अंदर होंदी है। जिसके अंतर राज अभिमान सो नरकपाती होवत स्वान, स्वान का मतलब होंदा डॉग, कुत्ता। वो उसे वेले ही जिसका मन पंखी बनिया सी हो जाता है। जिथे डिठा मृत को इल बैठी आए, जदों इल उपर उड़दी होंदी है, वो जमीन ते पिया होया चूहा या मुरदार कित्थे पिया होंदा, उन्हों देख लैंदी है। मेरा मन जदों इल बन जाता है तो मैं दूसरिਆਂ चों नुक्स लभदा हाँ, इसनूं मुरदार लभना कहंदे ने। ਇਹਦਾ मतलब मैनूं जदों भाव समझ आएगा तो भाव समझण तो बाद मैं इल वाला करम ना करां, मैं कां बोली वाला काम ना करां, मैं उस स्वान वांगू दूसरिਆਂ ਨੂੰ कुत्ते वांगू दूसरिਆਂ ਨੂੰ डोमीनेट ना करां। इस तरह करदियां करदियां मेरा मन मेरे तो बाहर ना जावे, जे बाहर जांदा तां इहनूं बुलाना पेगा, मन परदेसी वे प्यारे आओ करे। इंज असीं उहदे भाव लभदे हां। सो इत्थों असीं अज अपनी लड़ी नूं अगे विचारन दा यतन करांगे कि असीं हर शब्द नूं समझण दा यतन कर रहे हां। ये शब्द जेकर कोई बाहरली वापरी घटना है तां वो कुदरत विच वापर रहा है, लेकिन जो कुदरत विच वापर रहा है वो मेरे अंदर भी वापर रहा है। वो मेरे अंदर दे वापरन दे नियम, बाहर दे नियम, ये सारे मैनूं दृढ़ाए जाते हैं और उन्हां दे अकॉर्डिंग मैं किवें टुरां, रज़ा अनुसार किवें टुरां। ये जपजी साहिब विच खेड सिखाई गई है। इस करके असीं पढ़िया किम सचियारा होई है, किम कूड़ा टुटै पाल। मैं सचियारा किवें बना, मेरी और मेरे रब जी दे विचकार कूड़ दी पाल किवें टुटे। हुण तक असीं रब जी बाहर समझदे सी, हुण अंदर मेरी कूड़ दी पाल किवें टुटे। मेरा मन जिवें सोचदा है उहनूं मन की मत कहंदे ने, और मन की मत अनुसार सोचना और मेरे अंदर वसदे होए रब जी दी मत अनुसार ना सोचना, यह विचकार कूड़ की पाल है। जेकर मैं सतगुर जी रब जी जिवें सोचते हैं उस भाणे अनुसार टुरां तां विचों कूड़ की पाल टुट जाती है, खत्म हो जाती है। इस करके जपजी साहब मुढ़ली बाणी और इहदे विच इसे गल उत्ते एम्फेसाइज किया गया, सचियारा बनन वास्ते तैनूं तेरे अंदर वसदे रब जी की गल सुनन वास्ते विचकार जिहड़ी तेरे मन की मर्जी आ गई है इनू हटा दे। इनू कूड़ की पाल कहंदे ने, इनू मन की मत कहंदे ने। मन की मत त्यागो हर जन हुक्म बूझ सुख पाइए रे, सुखी हो सकता है। अपने लड़ीवार विचार विच असी 26 नंबर पौड़ी तक पहुँचे। जेड़ा मन सचियारा बनना चाहता है वो अमुल गुणा का व्यापार करता है। इस करके वो पौड़ी सी अमुल गुण अमुल व्यापार, अमुल व्यापारी अमुल भंडार। अमुल गुणा का व्यापार करना होंदा है, भावें तुसी किसी मनुख की संगत करो, भावें तुसी कोई किताब पढ़ो, भावें तुसी कोई ग्रंथ पढ़ो, भावें तुसी कोई पोथी पढ़ो, भावें तुसी इतिहास पढ़ो। अल्टीमेटली जेड़े गुण लैंदे हाँ वो रब्बी गुण होंदे ने, और रब्बी गुणा का जदों असी संग करते हाँ वो संग करना दा लॉजिक पूरा तां होंदा है कि मैं जैसा संग कीता कि मैं वैसा कर्म करता हाँ। जे असी नैगेटिव पक्ष दा देखिए, जे मैं शराबीए दा संग करता हाँ तां फिर मैं शराब पीआंगा, पर जे मैं शराबीए दा संग कीता, मान लिया मेरे नाल 2-3 मनुख रोज़ मैं उन्हां नाल उठता बैठता और वो शराब पींदे ने, सारी दुनिया नूं पता लग गया
ਇਹ ਸ਼ਰਾਬੀਏ ਨਾਲ ਬੈਠਦੇ ਨੇ। ਪਰ ਜੇ ਮੈਂ ਸ਼ਰਾਬ ਨਾ ਪੀਆਂ, ਇਹਦਾ ਮਤਲਬ ਇਹ ਹੋਇਆ ਉਹਦਾ ਜਿਹੜਾ ਕਰਮ ਹੈ, ਮੈਂ ਉਸ ਦੇ ਕਰਮ ਦਾ ਸੰਗ ਨਹੀਂ ਕੀਤਾ। ਸਰੀਰਕ ਤੌਰ 'ਤੇ ਮੈਂ ਉਹਦੇ ਕੋਲ ਬੈਠਾ ਸੀ, ਉੱਠਦਾ ਬੈਠਦਾ ਹਾਂ, ਪਰ ਮੈਂ ਉਹਦੇ ਕਰਮ ਦਾ ਸੰਗ ਨਹੀਂ ਕੀਤਾ। ਕਰਮ ਦਾ ਸੰਗ ਕਰਦਾ ਹੈ ਮੇਰਾ ਮਨ, ਔਰ ਜਦੋਂ ਮੇਰਾ ਮਨ ਕਿਸੇ ਕਰਮ ਦਾ, ਕਿਸੇ ਡੀਡਸ ਦਾ ਸੰਗ ਕਰ ਲੈਂਦਾ ਹੈ ਤਾਂ ਮੇਰਾ ਮਨ ਮੇਰੇ ਸਰੀਰ ਕੋਲੋਂ ਉਹੀਓ ਕੰਮ ਕਰਾਉਂਦਾ ਹੈ, ਕਿਉਂਕਿ ਮੇਰੀ ਬਾਡੀ ਦਾ ਰਾਜਾ ਮਨ ਹੈ। ਅਸੀਂ ਬੜੇ ਆਰਾਮ ਦੇ ਨਾਲ ਕਹਿ ਦਿੰਦੇ ਜਿਵੇਂ ਰੱਬ ਕਰਾਏ, ਉਹ ਜੀ ਰਹੇ ਹਾਂ ਜਿਵੇਂ ਘੜੀ ਲੰਘਾਏ। ਇਹ ਅਸੀਂ ਕਹਿੰਦੇ ਹਾਂ, ਪਰ ਮੇਰੇ ਕੋਲੋਂ ਮੇਰਾ ਕੰਮ ਮੇਰਾ ਮਨ ਕਰਾਉਂਦਾ ਹੈ। ਪਰ ਜੇ ਮੇਰਾ ਮਨ ਸਤਿਗੁਰ ਕੇ ਭਾਣੇ ਚੱਲ ਪਵੇ ਤਾਂ ਸਚਿਆਰਾ ਹੋ ਜਾਂਦਾ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਨੈਗੇਟਿਵ ਐਗਜ਼ਾਮਪਲ ਤੋਂ ਬਾਅਦ ਪੋਜ਼ੀਟਿਵ ਐਗਜ਼ਾਮਪਲ 'ਤੇ ਆਵਾਂਗੇ। ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸੱਚ ਦੇ ਖਿਆਲ ਲੈਂਦਾ ਹਾਂ, ਇਹ ਮੇਰਾ ਆਖਰੀ ਪੜਾਅ ਹੈ, ਸਭ ਤੋਂ ਕੀਮਤੀ ਲੈਵਲ ਹੈ। ਪਰ ਰੋਜ਼ਮर्रा ਦੇ ਜੀਵਨ ਵਿੱਚ ਤੇ ਅਸੀਂ TV ਦੇਖਦੇ ਹਾਂ, ਇੰਟਰਨੈਟ ਦੇਖਦੇ ਹਾਂ, ਸੈੱਲ ਫੋਨ 'ਤੇ ਮੈਸੇਜਿਸ ਪੜ੍ਹਦੇ ਹਾਂ, ਕੋਈ ਮਨੁੱਖਾਂ ਦਾ ਸੰਗ ਕਰਦੇ ਹਾਂ। ਜਦੋਂ ਇਹਨਾਂ ਸਾਰਿਆਂ ਦਾ ਸੰਗ ਕਰਦੇ ਹਾਂ ਤਾਂ ਜੇ ਮੇਰੀ ਸੁਰਤ ਉਹ ਵਾਲਾ ਸੰਗ ਮੇਰਾ ਮਨ ਕਰ ਲੈਂਦਾ ਹੈ ਤਾਂ ਮੈਂ ਵੈਸੇ ਕਰਮਾਂ ਵਾਲਾ ਬਣ ਜਾਂਦਾ ਹਾਂ। ਜਿਵੇਂ ਘਰ ਮਾਂ ਪਿਓ ਜਾਂ ਬਜ਼ੁਰਗ ਗਾਲਾਂ ਕੱਢਦੇ ਹੋਣ ਤਾਂ ਬੱਚਾ ਗਾਲ ਲੈ ਲੈਂਦਾ ਹੈ, ਪਰ ਜੇ ਉਹ ਵੱਡੇ ਮਾਂ ਪਿਓ ਬਜ਼ੁਰਗ ਗਾਲਾਂ ਨਾ ਕੱਢਣ, ਇੱਜ਼ਤ ਪਿਆਰ ਨਾਲ ਬੁਲਾਉਣ, ਤਾਂ ਬੱਚਾ ਸਾਰਿਆਂ ਨਾਲ ਇੱਜ਼ਤ ਪਿਆਰ ਵਾਲੀ ਮਿੱਠੀ ਬੋਲੀ ਸਿੱਖ ਜਾਂਦਾ ਹੈ। ਇਹਦਾ ਮਤਲਬ ਬੱਚੇ ਨੇ ਸੱਚ ਦੇ ਕਰਮਾਂ ਦਾ ਮਨ ਕਰਕੇ ਸੰਗ ਕੀਤਾ। ਜਦੋਂ ਅਸੀਂ ਇਹ ਰੱਬੀ ਗੁਣਾਂ ਦਾ ਸੰਗ ਕਰਦੇ ਹਾਂ, ਜਿਤਨੇ ਵੀ ਨੈਗੇਟਿਵਸ ਨੇ ਉਹਨਾਂ ਨੂੰ ਰੱਬੀ ਗੁਣ ਨਹੀਂ ਕਹਿੰਦੇ ਨੇ, ਉਹਨਾਂ ਨੂੰ ਡੀਮਨ ਥਾਟਸ ਦੇ ਜਮਾ ਵਾਲੇ ਕਰਮ ਕਹਿੰਦੇ ਨੇ। ਰੱਬੀ ਗੁਣਾਂ ਨੂੰ ਲੈ ਕੇ ਜਦੋਂ ਮੈਂ ਸੰਗ ਕਰਦਾ ਹਾਂ ਤਾਂ ਮੇਰੇ ਸੁਭਾਅ ਦੇ ਅੰਦਰ ਰੱਬੀ ਗੁਣ ਪ੍ਰਗਟ ਹੁੰਦੇ ਨੇ। ਉਹ ਮੇਰਾ ਦੂਸਰਿਆਂ ਨਾਲ ਵਿਵਹਾਰ ਹੋਏਗਾ, ਆਪਣੇ ਨਾਲ ਵੀ ਔਰ ਦੂਸਰਿਆਂ ਨਾਲ ਵੀ। ਰੱਬੀ ਗੁਣਾਂ ਦਾ ਵਿਵਹਾਰ, ਇਹ ਜਿਹੜਾ ਰੱਬੀ ਗੁਣਾਂ ਦਾ ਵਿਵਹਾਰ ਹੈ, ਇਹ ਕਿਸ ਤਰ੍ਹਾਂ ਕੀਤਾ ਜਾਏ? ਇਹਦਾ ਵਪਾਰ ਕਰਨਾ ਪੈਂਦਾ ਦਿਨੋਂ ਦਿਨ, ਰੋਜ਼ ਰੋਜ਼, ਚਾਰੋਂ ਪਾਸੋਂ, ਸਭ ਜਗ੍ਹਾ ਤੋਂ। ਰੱਬੀ ਗੁਣ ਜਿਨ੍ਹਾਂ ਨੂੰ ਆਈਡੀਅਲਸ ਕਹਿੰਦੇ ਨੇ, ਮੋਰਲਸ ਕਹਿੰਦੇ ਨੇ, ਡਿਵਿਨਿਟੀ ਦੀ ਕਲਾਸ ਵਿੱਚ ਸਿਖਾਏ ਜਾਂਦੇ ਨੇ ਔਰ ਸਪਿਰਿਚੁਅਲਿਟੀ ਕਹਿੰਦੇ ਨੇ, ਇਹ ਸਾਨੂੰ ਸਿਖਾਏ ਜਾਂਦੇ ਨੇ ਔਰ ਅਸੀਂ ਉਹਨਾਂ ਦੇ ਨਾਲ ਆਪਣਾ ਸੁਭਾਅ ਦ੍ਰਿੜ ਕਰਦੇ ਹਾਂ। ਉਹ ਪਿਛਲੀ ਪੌੜੀ ਸੀ, ਅਮੁੱਲ ਗੁਣ ਅਮੁੱਲ ਵਪਾਰ। ਅਮੁੱਲ ਵਪਾਰੀਏ, ਜਿਸ ਨੂੰ ਅਮੁੱਲ ਗੁਣਾਂ ਦੇ ਵਪਾਰ ਦਾ ਸ਼ੌਕ ਹੈ, ਉਹ ਆਪਣੇ ਆਪ ਨੂੰ ਕਦੇ ਨਹੀਂ ਰੋਕੇਗਾ। ਮੈਂ ਤਾਂ ਦੇਖੋ ਜੀ ਇਮਾਨਦਾਰ ਆਦਮੀ ਹਾਂ, ਆਪਣੀ ਕਮਾਈ ਕਰਦਾ ਹਾਂ, ਧੋਖਾ ਕਿਸੇ ਨੂੰ ਦਿੰਦਾ ਨਹੀਂ, ਆਪਣੇ ਵੋਟੀ ਬੱਚੇ ਪਾਲਦੇ ਹਾਂ। ਉਹ ਇਹ 4 ਗੁਣਾਂ ਤੱਕ ਰੋਕੇਗਾ ਨਹੀਂ ਆਪਣੇ ਆਪ ਨੂੰ। ਉਹ 5ਵਾਂ ਗੁਣ ਵੀ ਸਿੱਖਣਾ ਚਾਹੇਗਾ, 6ਵਾਂ ਵੀ ਸਿੱਖਣਾ ਚਾਹੇਗਾ, 7ਵਾਂ ਵੀ ਸਿੱਖਣਾ ਚਾਹੇਗਾ। 7 ਤਾਂ ਆ ਜਾਣਗੇ ਗੁਣ, ਉਹਨੂੰ 8ਵੇਂ ਲੈਣ ਵੇਲੇ ਉਹ ਰੁਕੇਗਾ ਨਹੀਂ। ਕਈ ਲੋਕਾਂ ਦੇ ਬਾਰੇ ਮੈਂ ਸੁਣਿਆ, ਫਲਾਣਾ ਸ਼ਰੀਫ ਬਹੁਤ ਹੈ, ਪਰ ਭਾਵੇਂ ਘਰ ਉਹ ਆਪਣੀ ਪਤਨੀ ਦੀ ਪੱਤ ਲਾ ਦੇਵੇ, ਵੈਸੇ ਉਹ ਸ਼ਰੀਫ ਹੈ। ਆਫਿਸ ਉਹ ਰਿਸ਼ਵਤ ਨਹੀਂ ਲੈਂਦਾ, ਕਿਸੇ ਕੋਲੋਂ ਝੂਠ ਦੀ ਕਮਾਈ ਲੈਂਦਾ, ਕਿਸੇ ਨੂੰ ਧੋਖਾ ਨਹੀਂ ਦਿੰਦਾ। ਪਰ ਉਹਦੀ ਜ਼ਬਾਨ ਵਾਲਾ ਅਵਗੁਣ ਉਹਨੂੰ ਠੀਕ ਕਰਨਾ ਪਏਗਾ, ਵਰਨਾ ਉਹਦੀ ਇਮਾਨਦਾਰੀ ਦਾ ਗੁਣ ਵੀ ਬੇਕਾਰ ਹੋ ਜਾਂਦਾ ਹੈ। ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਜੇ ਸਾਡੀ ਮਾਂ ਭੈਣ ਕੋਈ ਨੂੰ ਸਾਡੀ ਸਬਜ਼ੀ ਬਣਾਏ, ਸਬਜ਼ੀ ਅੱਛੀ ਬਣਾ ਦੇ, ਪਰ ਫੁਲਕੇ ਸਾੜ ਸਾੜ ਕੇ ਦੇਵੇ, ਤਾਂ ਸਬਜ਼ੀ ਅੱਛੀ ਦੇ ਪਿੱਛੇ ਅਸੀਂ ਕੀ ਸੜੇ ਹੋਏ ਫੁਲਕੇ ਖਾਂਦੇ ਹਾਂ? ਨਹੀਂ, ਉਹਦਾ ਵੀ ਚਿੱਤ ਕਰਦਾ ਕਿ ਮੈਂ ਇਹਨਾਂ ਨੂੰ ਫੁਲਕਾ ਵੀ ਵਧੀਆ ਪਕਾ ਕੇ ਖਵਾਵਾਂ। ਜੋ ਇਨਸਾਨ ਸਿੱਖ ਕਹਿਲਾਂਦਾ ਹੈ, ਉਸ ਸਾਰੀ ਉਮਰ ਸਿੱਖਣ ਦਾ ਸੁਭਾਅ ਬਣਾ ਲੈਂਦਾ ਹੈ। ਇਸ ਕਰਕੇ ਉਹ ਆਪਣੇ 4, 6, 8, 10 ਗੁਣਾਂ ਦੀ, ਜਿਨ੍ਹਾਂ ਦੀ ਉਹਨੂੰ ਨੌਲੇਜ ਹੈ, ਪਤਾ ਨਹੀਂ ਉਹ ਪ੍ਰੈਕਟੀਕਲ ਵੀ ਕਰਦਾ ਕਿ ਨਹੀਂ, ਉਹਨਾਂ ਨੂੰ ਅਮਲੀ ਤੌਰ 'ਤੇ ਜਦੋਂ ਜੀਂਦਾ ਹੈ, ਉਹਨੂੰ ਹੋਰ ਚੰਗੇ ਚੰਗੇ ਗੁਣ ਸਿੱਖ ਕੇ ਜੀਣ ਦਾ ਸ਼ੌਂਕ ਪੈਂਦਾ ਹੈ। ਇਹ ਅਮੁੱਲ ਗੁਣਾਂ ਦਾ ਵਪਾਰ ਉਹ ਕਰਦਾ ਹੈ। ਔਰ ਅਮੁੱਲ ਗੁਣਾਂ ਦੇ ਵਪਾਰ ਵਿੱਚ ਅਸੀਂ ਪੜ੍ਹਦੇ ਜਾਈਏ ਤਾਂ ਅੱਗੇ ਤੱਕ ਆਖੇ ਬਰਮਿਆ ਆਖੇ ਇੰਦੋ ਦੇ ਅੰਦਰ ਹੋਰ ਚੰਗੇ ਚੰਗੇ ਬ੍ਰਹਮਾ ਭਾਵ
ਚੰਗੇ ਚੰਗੇ ਗੁਣਾਂ ਦੀ ਉਤਪਤੀ ਹੁੰਦੀ ਜਾਂਦੀ ਹੈ ਔਰ ਉਹਦਾ ਮਨ ਆਪਣੇ ਆਪ ਨੂੰ ਸੁਖੀ ਸਵਰਗ ਵਾਲੇ ਖਿਆਲਾਂ ਵਾਲੀ ਜੀਵਨੀ ਵਿੱਚ ਪਾਉਂਦਾ। ਉਹਨੂੰ ਇੰਦ ਕਹਿੰਦੇ, ਇੰਦ ਰਾਜਾ ਕਿਹਾ ਜਾਂਦਾ। ਮੇਰਾ ਮਨ ਚੰਗੇ ਚੰਗੇ ਗੁਣ ਲੈਂਦਾ ਜਾਂਦਾ ਤਾਂ ਇਹ ਕਰਦੇ ਹੋਏ ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸੱਚ ਸੋਏ। ਇਸ ਤੋਂ ਆਖਰੀ ਲਾਈਨ ਆਈ, ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਵਾਰ। ਹੁਣ ਇਸ ਪੰਕਤੀ ਤੱਕ ਆ ਕੇ ਇਸ ਮਨ ਨੂੰ ਇਹ ਸਮਝ ਆ ਰਹੀ ਹੈ ਉਹ ਮੂਰਖ ਹੋਏਗਾ ਜਿਸ ਨੂੰ ਚਾਰੋਂ ਪਾਸੇ ਰੱਬ ਜੀ ਦੇ ਚੰਗੇ ਗੁਣ ਮਿਲਦੇ ਹੋਣ ਅਤੇ ਉਹ ਮੂਰਖਾਂ ਵਾਲੇ ਖਿਆਲ ਲੈ ਲਵੇ। ਉਹ ਨਹੀਂ ਲਏਗਾ, ਉਹ ਗਵਾਰਾਂ ਦਾ ਗਵਾਰ ਹੋਏਗਾ। ਤੁਸੀਂ ਅੱਜ ਆਪ ਸਾਰੇ ਜਾਣਦੇ ਹੋ, ਸਾਨੂੰ ਚਾਰੋਂ ਪਾਸੋਂ ਜਿੱਥੇ ਵੀ ਪਾਣੀ ਪੀਣ ਜਾਈਏ ਸਾਨੂੰ ਪਿਓਰ ਵਾਟਰ, ਫਿਲਟਰਡ ਵਾਟਰ ਮਿਲਦਾ ਨਹੀਂ ਹੈ। ਪਰ ਜੇ ਮੈਨੂੰ ਸਾਹਮਣੇ ਫਿਲਟਰਡ ਵਾਟਰ ਮਿਲੇ, ਮਿਨਰਲ ਵਾਟਰ ਮਿਲੇ ਔਰ ਸਾਫ ਸੁਥਰਾ ਪਾਣੀ ਮਿਲਦਾ ਹੋਵੇ, ਫਿਰ ਵੀ ਮੈਂ ਜੇ ਛੱਪੜ 'ਚੋਂ ਗੰਦਾ ਪਾਣੀ ਪੀਆਂ ਤਾਂ ਮੈਂ ਗਵਾਰ ਹੋਇਆ, ਮੈਂ ਡਮੀ ਹੋਇਆ। ਜਿਨ੍ਹਾਂ ਨੂੰ ਰੱਬੀ ਗੁਣ ਮਿਲਦੇ ਹੋਣ ਔਰ ਉਹ ਛੱਪੜਾਂ ਵਿੱਚੋਂ ਅਵਗੁਣੀ ਪਾਣੀ ਪੀਂਦੇ ਰਹਿ ਜਾਣ, ਉਹਨੂੰ ਕਹਿੰਦੇ ਨੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਵਾਰ। ਉਹ ਗਵਾਰਾਂ 'ਚੋਂ ਗਵਾਰ ਹੋਇਆ। ਮਨ ਨੂੰ ਸਮਝ ਆ ਰਹੀ ਹੈ ਕਿ ਮੈਂ ਗਵਾਰਾਂ ਵਾਲੇ ਕੋਈ ਗੁਣ ਨਹੀਂ ਲੈਣੇ ਨੇ, ਬੋਲ ਵਿਗਾੜ ਵਾਲਾ ਕੋਈ ਕੰਮ ਨਹੀਂ ਕਰਨਾ ਹੈ। ਮੇਰਾ ਕੰਮ ਬਣ ਰਿਹਾ ਹੈ, ਮੇਰੀ ਰੱਬ ਜੀ ਨਾਲ ਇੱਕ ਮਿਕਤਾ ਬਣ ਰਹੀ ਹੈ, ਮੈਂ ਕੋਈ ਬੋਲ ਵਿਗਾੜ ਨਹੀਂ ਕਰਨੇ ਨੇ। ਦੁਨਿਆਵੀ ਤੌਰ 'ਤੇ ਜਦੋਂ ਕੋਈ ਵੀ ਕਿਸੇ ਦੇ ਨਾਲ ਮਿੱਤਰਤਾ ਬਣਾਉਂਦਾ ਅਤੇ ਸੰਭਲ ਕੇ ਬੋਲਦਾ ਹੈ ਕਿ ਮੇਰੇ ਬੋਲਾਂ ਵਿੱਚੋਂ ਕਿਤੇ ਭੈੜ ਨਾ ਨਿਕਲ ਜਾਏ। ਪਰ ਜਿਸ ਦਾ ਸੁਭਾਅ ਬਣ ਜਾਂਦਾ ਹੈ ਉਸ ਨੂੰ ਸੰਭਲਣਾ ਨਹੀਂ ਪੈਂਦਾ, ਉਸ ਗੁਣ ਨੂੰ ਪ੍ਰੈਕਟਿਸ ਕਰਨ ਲੱਗ ਪੈਂਦਾ ਹੈ, ਉਹਨੂੰ ਦ੍ਰਿੜ ਹੋ ਜਾਂਦਾ ਹੈ। ਜਦੋਂ ਦ੍ਰਿੜ ਹੋ ਕੇ ਮਿੱਠਾ ਬੋਲਣ ਦੀ ਆਦਤ ਪੈ ਜਾਂਦੀ ਹੈ ਨਾ, ਇਹ ਗੁਣ ਇਸ ਲੈਵਲ ਤੱਕ ਪਹੁੰਚਣ ਵਾਸਤੇ ਸੰਭਾਲਣਾ ਪਿਆ ਸੀ, ਹੁਣ ਸਹਿਜ ਸੁਭਾਏ ਵਰਤਣਾ ਆਉਂਦਾ ਹੈ। ਉਹ ਉਸ ਦਰ ਨੂੰ ਕਦੇ ਨਹੀਂ ਛੋੜਦਾ ਹੈ, ਉਹ ਉਸ ਦਰ ਨੂੰ ਹਮੇਸ਼ਾ ਪੱਲੇ ਬੰਨ੍ਹ ਕੇ ਰੱਖਦਾ ਹੈ। ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ, ਜੋ ਦਰ ਐਸਾ ਹੋਏ, ਜੋ ਦਰ ਐਸਾ ਹੋਏ। ਕਬੀਰ ਜੈ ਦਰ ਆਵਤ ਜਾਤੇ ਹੋ, ਜੈ ਦਰ ਆਵਤ ਜਾਤੇ ਹੋ, ਹਟ ਕੈ ਨਾਹੀ ਕੋਏ, ਹਟ ਕੈ ਨਾਹੀ ਕੋਏ, ਹਟ ਕੈ ਨਾਹੀ ਕੋਏ, ਹਟ ਕੈ ਨਾਹੀ। ਸੋ ਦਰ ਕੈਸੇ ਛੋੜੀਐ, ਸੋ ਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ, ਜੋ ਦਰ ਐਸਾ ਹੋ। ਕਬੀਰ ਸਮੁੰਦ ਨਾ ਛੋੜੀਐ, ਜੋ ਅਤ ਖਾਰੋ ਹੋਏ, ਜੋ ਅਤ ਖਾਰੋ ਹੋਏ। ਪੋਖਰ ਪੋਖਰ ਢੂੰਡਤੇ, ਪੋਖਰ ਪੋਖਰ ਪਲੋ ਨ ਕਹਿ ਕੋਏ, ਪਲੋ ਨ ਕਹਿ ਕੋਏ, ਪਲੋ ਨ ਕਹਿ ਕੋਏ, ਪਲੋ ਨ ਕਹਿ ਕੋਏ। ਸੋ ਦਰ ਕੈਸੇ ਛੋੜੀਐ, ਸੋ ਦਰ ਕੈਸੇ ਛੋੜੀਐ, ਜੋ
दर ऐसा होए, जो दर ऐसा होए, जो दर ऐसा होए, जो दर ऐसा होए। जिसनों समुंदर वर्गा, ओशन वर्गा कीमती रतन जवाहर माणिक दा खजाना मिल जाता है, वो वाला दर नहीं छोड़ता है, क्योंकि समुंदर बेअंत है। कबीर साहब कहते ने, कबीर समुंद ना छोड़िए जो अत खारो होए। तैनू खारा लगता है, पर उहदा खारापन भी कोई साइंटिफिक नियम है, कुदरत का नियम है। जिस असीं पहलां डिस्कस कर चुके हैं, जिहड़ा समुंदर का खारापन होंदा है, जो नमकीनपना होंदा है, वो क्लाइमेट नू कंट्रोल करने वास्ते होंदा है। जितना साडा क्लाइमेट का टैंपरेचर कंट्रोल होंदा है, इस तरह ही साडी बॉडी के अंदर भी पानी होंदा है, उसका भी टैंपरेचर मेनटेन करने वास्ते साडी बॉडी अंदर लवण, सॉल्ट, सोडियम होना जरूरी है। कबीर समुंद ना छोड़िए जो अत खारो होए। तैनू खारा लगता है तो तैनू बिटर समझ लैंदा है। यही कारण बनिया है कि अज मनुख चंगे चंगे रब्बी गुण नहीं सीखना चाहता। वो ये कहता है ये तो किताबची गल्लां ने, वो जी उक्का ही ज्ञानी बन जावांगे, वो लोकी शरीफ समझणगे, लोकी फिर बिजनेस विच कामयाब नहीं हो सकांगे। वीर जी 100 झूठ भुलने होंदे ने। उन्हां नूं भला ख्याल नहीं आ रहा। पोखर पोखर ढूंढते, पोखर का मतलब होंदा छोटे छोटे छप्पड़। जदों असीं अपने घरां दे सुखां आरामां तक महदूद रहिंदे आ ना, यह छप्पड़ ही है। पर जदों असीं सच दी संगत दे समुंदर विच आंदे आ तां सानूं रतन जवाहर माणिक प्राप्त होंदे ने। जदों असीं किसी मनुख दा कहना मन के सच उत्ते टुरना नहीं चाहते हाँ, जदों किसी मनुख दा अवगुण वेख के असीं भी अवगुणियारे हो जाते हाँ, यह सब छप्पड़ दे आइडियाज़ ने। कबीर समुंद ना छोड़ी है, तो जिसनों ये समझ आ जाता है वो संत ना छाड़े। संत ही जे कोटक मिले है संत। सानू आए दिन रोज़ भैड़े भैड़े ख्यालों वाले, भैड़े भैड़े एक्शन वाले, नकम्मे नकम्मे काम करने वाले लोग ही मिलते रहनगे। मेरा उन्हां नाल वाह पैंदा रहेगा तो मैं हर किसी दे नाल भैड़ा बनता रहांगा, हर किसी नाल मैं अपने बोल खराब करता रहांगा, हर किसी नाल कि मैं अपनी बॉडी लैंग्वेज तो लैके अपना थॉट प्रोसैस खराब करता रहांगा, क्योंकि वो भैड़ा है। ऐ ते छप्पड़ आइडिया हो गया। कबीर समुंद ना छोड़िए जो अत खारो होए। खारो विच मतलब यही है कि तैनू मुश्किल लगता है, तैनू दा बिटर स्वाद लगता है कि मैं मिठा बोला, तैनू इहदा बहुत स्वाद लगता है कि मैं निंदा करा, तैनू इहदा बहुत स्वाद लगता है कि मैं भी 2 दियां 4 सुना के भैड़े बोल बोला। नहीं है, छप्पड़ दा आइडिया है। कबीर समुंद ना छोड़िए जो अत खारो होए। पोखर पोखर ढूंढते भलो ना कह है कोई। भलो ना कह है कोई का मतलब होता है, एक तो छप्पड़ा चो आइडिया लेंगा तैनू भला आइडिया कभी भी नहीं मिलेगा, हमेशा डिस्ट्रक्टिव और नैगेटिव ही आइडियाज़ ही मिलनगे। इस करके साकत संग ना कीजिए दूर हो जाइए भाग, बासन कारो परसिए तो किछ लागे दाग। कालख वाले ख्याल ना लिया कर, सब्जैक्ट टू अदर पीपल। सानू पता ही नहीं लगता, असी देखी जा रहे हैं दिन रात सीरीयल। जदों असी देखी जा रहे हैं कुमकुम भाग्या, आजकल ज़्यादा पॉपुलर है तो मैं बोलना पै रहा। असी देखी जा रहे हैं कि किस तरह कुड़ी का इल्ज़ाम लगाई जा रहे हैं, किस तरह घर वाले सारे उन्होंने तंग करी जा रहे हैं। सानू नहीं पता लग रहा है छप्पड़ आइडिया मेरे अंदर जा रहा है। मैं भी इंज ही आस्ता आस्ता अपने नूह भैन धी या अपने घर किसी होर नूं, अपने दोस्त मित्र नूं ब्लेम लाई जावांगा, क्योंकि झूठे प्रूफ इकट्ठे कर ले जाते हैं। खैर, जदों असी अवगुणियारे ख्याल लेंदे हाँ, वो छप्पड़ वाले होंदे भलो ना कहे कोई। दूजा इसका यह भी वर्जन है, पूरी दुनिया तैनू कौन भला कहेगा कि तैनू रतन जवाहर माणिक मिलते पूरा समुंदर, वो छड़ के तू छप्पड़ वाले आइडियाज़ फस गया। वो मनुख अभागा, वो मंद भागा जो सामने समुंदर विच रतन जवाहर माणिक मिलते होण और छप्पड़ां विच वड़ जाए।
ਜਦੋਂ ਅਸੀਂ ਦੇਹਧਾਰੀ ਗੁਰਤਾ ਔਰ ਕਰਮ ਕਾਂਡ ਔਰ ਐਸੀ ਖੇਡ ਵਿੱਚ ਫਸ ਜਾਂਦੇ ਹਾਂ ਤਾਂ ਛੱਪੜਾਂ ਵਾਲੇ ਆਈਡੀਆ 'ਚ ਪੈ ਜਾਂਦੇ ਹਾਂ। ਐਸ ਗੁਰਸਾਗਰ ਰਤਨੀ ਭਰਪੂਰੇ ਵਾਲੇ ਇਸ ਸਮੁੰਦਰ ਤੋਂ ਟੁੱਟ ਜਾਂਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਨੂੰ ਇਹ ਸਮਝ ਆ ਜਾਂਦਾ ਹੈ ਉਹ ਇਹਨਾਂ ਗੁਣਾਂ ਦੇ ਨਾਲ ਜੀਂਦਾ ਹੈ। ਸਾਧ ਸੰਗਤ ਜੀ, ਜਦੋਂ ਵੀ ਤੁਸੀਂ ਕਦੇ ਕਿਸੇ ਦੇ ਬਾਰੇ ਨਿੰਦਾ ਕਰੋਗੇ ਜਾਂ ਮੇਰੇ ਸਮੇਤ ਅਸੀਂ ਜਦੋਂ ਕਿਸੇ ਦੀ ਨਿੰਦਾ ਕਰਦੇ ਹਾਂ ਜਾਂ ਜਦੋਂ ਕਿਸੇ ਬਾਰੇ ਕੁਛ ਵੀ ਬੁਰਾ ਭਲਾ ਸਕੀਮ ਬਣਾਉਂਦੇ ਹਾਂ ਜਾਂ ਜਦੋਂ ਵੀ ਕਿਸੇ ਦੇ ਬਾਰੇ ਕੁਛ ਬੁਰਾ ਸੁਣਦੇ ਹਾਂ ਜਾਂ ਜਦੋਂ ਕਦੇ ਵੀ ਕਿਸੇ ਦੇ ਨਾਲ ਕ੍ਰੋਧ ਕਰਦੇ ਹਾਂ, ਕਿਸੇ ਦੇ ਨਾਲ ਵੈਰ ਪਾਲਦੇ ਰਹਿੰਦੇ ਹਾਂ, ਤਾਂ ਅਸੀਂ ਅੰਦਰੋਂ ਸੁਖੀ ਨਹੀਂ ਹੁੰਦੇ, ਅਸੀਂ ਅੰਦਰੋਂ ਬੇਚੈਨ ਹੁੰਦੇ ਹਾਂ। ਸਾਡੇ ਦਿਲ ਤੇ ਭਾਰ ਪਿਆ ਰਹਿੰਦਾ। ਉਹਨੂੰ ਕਹਿੰਦੇ ਨੇ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ। ਦੁਖੀ ਰਹਿੰਦੇ ਹਾਂ। ਇਹਦਾ ਮਤਲਬ ਜੇ ਆਤਮਿਕ ਚੈਨ ਲੈਣਾ ਹੋਵੇ ਤਾਂ ਕਿਸੇ ਦੀ ਨਫ਼ਰਤ ਛੱਡ ਦੇ, ਆਤਮਿਕ ਚੈਨ ਲੈਣਾ ਹੋਵੇ ਕਿਸੇ ਦੀ ਨਿੰਦਾ ਛੱਡ ਦੇ, ਆਤਮਿਕ ਚੈਨ ਲੈਣਾ ਹੋਵੇ ਕਿਸੇ ਦੇ ਬਾਰੇ ਨੈਗੇਟਿਵ ਪੋਲੀਟਿਕਸ ਵਾਲੀ ਗੇਮ ਨਾ ਖੇਡਿਆ ਕਰ। ਇਹਦੇ ਵਿੱਚ ਜਿਸ ਚੀਜ਼ ਦੇ ਨਾਲ ਸੁੱਖ ਮਿਲਦਾ ਹੈ ਉਹ ਮਾਨੋ ਮੈਂ ਅੰਦਰ ਚਲਾ ਗਿਆ ਹਾਂ, ਮੈਂ ਅੰਦਰ ਰੱਬ ਜੀ ਦੇ ਦਰ 'ਤੇ ਚਲਾ ਗਿਆ ਹਾਂ। ਰੱਬ ਜੀ ਨੇ ਮੈਨੂੰ ਆਪਣਾ ਗੁਣ ਦਿੱਤਾ। ਰੱਬ ਜੀ ਦਾ ਗੁਣ ਆਕਾਸ਼ ਵਰਗਾ ਹੈ। ਆਕਾਸ਼ ਥੱਲੇ ਚੋਰ ਵੀ ਰਹਿ ਸਕਦੇ ਨੇ, ਆਕਾਸ਼ ਥੱਲੇ ਸਭ ਠੂਏ ਵੀ ਰਹਿੰਦੇ ਨੇ, ਆਕਾਸ਼ ਥੱਲੇ ਜਿਹਨੂੰ ਦੁਨੀਆ ਨਾਸਤਕ ਕਹਿੰਦੀ ਹੈ ਉਹ ਵੀ ਰਹਿੰਦਾ ਹੈ। ਰੱਬ ਜੀ ਸਭ ਨਾਲ ਇਕਸਾਰਤਾ ਦੇ ਬਿਨਾਂ ਵਿਤਕਰੇ ਤੋਂ ਵਿਵਹਾਰ ਕਰਦੇ ਨੇ ਨਾ। ਆਕਾਸ਼ ਵਾਲਾ ਗੁਣ ਲੈ। ਜਦੋਂ ਅਸੀਂ ਆਕਾਸ਼ ਵਾਲਾ ਗੁਣ ਲੈ ਲੈਂਦੇ ਹਾਂ ਅਸੀਂ ਸੁਖੀ ਹੁੰਦੇ ਹਾਂ, ਅੰਦਰ ਚਲੇ ਜਾਂਦੇ ਹਾਂ, ਅੰਦਰ ਦੇ ਦਰ 'ਤੇ ਰੱਬ ਜੀ ਨੂੰ ਪ੍ਰਾਪਤ ਕਰਕੇ ਰੱਬ ਜੀ ਦਾ ਗੁਣ ਮਾਣਦੇ ਹਾਂ। ਉਹਨੂੰ ਕਹਿੰਦੇ ਨੇ ਕਬੀਰ ਜੈ ਦਰ ਆਵਤ ਜਾਤੇ ਹੋ ਹਟ ਕੇ ਨਹੀਂ ਕੋਏ। ਤੈਨੂੰ ਆਪਣੇ ਅੰਦਰ ਦੇ ਦਰ ਜਿੱਥੇ ਰੱਬ ਜੀ ਵਸਦੇ ਨੇ ਉਸ ਦਰ 'ਤੇ ਜਾ ਕੇ ਉਹ ਗੁਣ ਨੂੰ ਲੈਣ ਤੋਂ ਕੋਈ ਨਹੀਂ ਰੋਕ ਸਕਦਾ, ਤੈਨੂੰ ਸੁਖੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ, ਤੈਨੂੰ ਮਾਨਸਿਕ ਚੈਨ ਲੈਣ ਤੋਂ ਕੋਈ ਨਹੀਂ ਰੋਕ ਸਕਦਾ। ਤੂੰ ਉਸ ਨੂੰ ਲਿਆ ਕਰ। ਦੂਜੀ ਗੱਲ, ਮੈਂ ਰੀਸੈਂਟਲੀ ਪੜ੍ਹਿਆ ਕਿ ਜਦੋਂ ਕਦੀ ਅਸੀਂ ਕੋਈ ਮੈਗਜ਼ੀਨ ਪੜ੍ਹਦੇ ਹਾਂ, ਕੋਈ ਗੱਲ ਸੁਣਦੇ ਹਾਂ, ਕਿਸੇ ਵਿਚਾਰ ਨੂੰ ਸੁਣਦੇ ਹਾਂ, ਉਹ ਸੁਣਨ ਤੋਂ ਬਾਅਦ ਉਹ ਸਾਨੂੰ ਚੰਗੀ ਲੱਗਦੀ ਹੈ ਜੇ ਉਹਦੇ ਅੰਦਰ ਚੰਗੇ ਗੁਣ ਸਿਖਾਏ ਗਏ ਨੇ, ਸਾਨੂੰ ਚੰਗੀ ਲੱਗਦੀ ਹੈ। ਜਦੋਂ ਮੈਨੂੰ ਕਿਸੇ ਦੀ ਵਿਚਾਰ ਚੰਗੀ ਵਾਲੀ ਸੁਣ ਕੇ, ਰੱਬੀ ਗੁਣ ਸੁਣ ਕੇ ਅੱਛਾ ਲੱਗੇ ਤਾਂ ਮਾਨੋ ਇਹ ਦਰਅਸਲ ਮੇਰੇ ਅੰਦਰ ਦੇ ਰੱਬ ਜੀ ਦਾ ਗੁਣ ਮੇਰੇ ਅੰਦਰ ਬੈਠਾ ਸੀ, ਦੂਜਾ ਸਿਰਫ ਬਹਾਨਾ ਬਣਿਆ ਹੈ, ਮੇਰੇ ਅੰਦਰ ਦਾ ਦਰਵਾਜ਼ਾ ਖੁੱਲ੍ਹ ਗਿਆ। ਉਹ ਸੋ ਦਰ ਹੈ। ਅਗਲੀ ਪੌੜੀ ਸਾਡੀ ਇਹਦੀ ਹੈ ਜਿਹਦਾ ਅਸੀਂ ਪਾਠ ਕੀਤਾ ਸੀ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ। ਜਦੋਂ ਅਸੀਂ ਅੰਦਰ ਦੇ ਰੱਬ ਜੀ ਦੇ ਗੁਣ ਲੈਣ ਲੱਗ ਪੈਂਦੇ ਹਾਂ ਤਾਂ ਉਹ ਗੁਣਾਂ ਨੂੰ ਲੈਣ ਦੇ ਨਾਲ ਅਸੀਂ ਉਹਨਾਂ ਗੁਣਾਂ ਨੂੰ ਸੰਭਾਲ ਕੇ ਰੱਖਦੇ ਹਾਂ, ਮੀਨਸ ਪ੍ਰੈਕਟਿਸ ਕਰਦੇ ਹਾਂ। ਕੋਈ ਵੀ ਗਲਤ ਮਨੁੱਖ ਮਿਲਦਾ ਜਾਏਗਾ, ਉਹਦੇ ਕਾਰਨ ਆਪਣਾ ਅਸੀਂ ਉਹ ਗੁਣ ਛੋੜਦੇ ਨਹੀਂ ਹਾਂ। ਇਹਦਾ ਮਤਲਬ ਮੇਰੇ ਮਨ ਨੇ ਉਹ ਗੁਣ ਸੰਭਾਲ ਕੇ ਰੱਖਿਆ ਮੀਨਸ ਮੈਂ ਆਪਣਾ ਸੁਭਾਅ ਨਹੀਂ ਛੱਡਿਆ। ਸੋਦਰ ਦੀ ਪੌੜੀ ਕੁਛ ਇਸੇ ਬਾਰੇ ਸਾਨੂੰ ਸਿਖਾ ਰਹੀ ਹੈ। ਅਮੁੱਲ ਗੁਣਾਂ ਦੇ ਵਪਾਰ ਕਰਨ ਤੋਂ ਬਾਅਦ ਸੋਦਰ ਦੀ ਪੌੜੀ ਵਿੱਚ ਜਦੋਂ ਅਸੀਂ ਐਂਟਰ ਕੀਤੇ ਤਾਂ ਇਹਦੇ ਵਿੱਚ ਬਾਰ ਆਏਗਾ ਗਾਵੈ ਗਾਵੈ ਹਾਹੇ ਨੂੰ ਸਿਆਰੀ ਪਲੂਰਲ ਫਾਰਮ ਵਿੱਚ ਔਰ ਗਾਵੈ ਵਵੇ ਨੂੰ ਦੁਲਾਵਾਂ ਸਿੰਗੂਲਰ ਫਾਰਮ ਵਿੱਚ ਔਰ ਗਾਵੂ ਗਾਵੈ ਇਸ ਤਰੀਕੇ ਦੇ ਨਾਲ ਵਾਵਣ ਹਾਰੇ ਮੀਨਸ ਵਜਾਉਣ ਵਾਲੇ। ਇਹ ਸਾਰੀ ਜਿਤਨੀ ਗੱਲ ਹੈ ਇਹ ਬਾਹਰ ਵੈਸੇ ਵਾਪਰਦੀ ਹੈ ਪਰ ਮੇਰੇ ਅੰਦਰ ਦੇ ਵਾਪਰਨ ਬਾਰੇ ਗੱਲ ਚੱਲ ਰਹੀ ਹੈ। ਤਾਂ ਇਹ ਸਾਰੀ ਪੌੜੀ ਵਿੱਚ ਗਾਵੈ ਨੂੰ ਜਦੋਂ ਅਸੀਂ ਡਿਟੇਲ ਵਿੱਚ ਸਮਝ ਲਾਂਗੇ
ਜਦੋਂ ਮੇਰਾ ਇੱਕ ਇੱਕ ਰੋਮ ਰੋਮ, ਮੇਰਾ ਅੰਗ ਅੰਗ ਉਸੇ ਖਿਆਲ ਨੂੰ ਸੋਚਣ ਲੱਗ ਪਵੇ ਔਰ ਮੇਰੇ ਸਰੀਰ ਨਾਲ ਵੈਸੇ ਵਾਲਾ ਕਰਮ ਹੋਣ ਲੱਗ ਪਵੇ, ਇਹਨੂੰ ਗਾਉਣਾ ਕਹਿੰਦੇ ਨੇ, ਮਨ ਕਰਕੇ ਗਾਉਣਾ ਕਹਿੰਦੇ ਨੇ। ਜੇਕਰ ਮੈਂ ਸ਼ਰਾਬ ਦਾ ਗੀਤ ਗਾਇਆ ਔਰ ਮੈਂ ਸ਼ਰਾਬ ਨਹੀਂ ਪੀਤੀ, ਇਹਦਾ ਮਤਲਬ ਮੈਂ ਉਹ ਗੀਤ ਸਿਰਫ ਗਾਇਆ ਸੀ, ਉਹਦੇ ਅਰਥ ਸਮਝ ਕੇ ਉਹਦੇ ਉੱਤੇ ਪ੍ਰੈਕਟੀਕਲ ਨਹੀਂ ਕੀਤਾ ਸੀ, ਉਹ ਬਾਹਰਲਾ ਗਾਣਾ ਸੀ। ਪਰ ਜੇ ਮੈਂ ਮਨ ਕਰਕੇ ਗਾ ਲਵਾਂ ਤਾਂ ਫਿਰ ਮੈਂ ਸ਼ਰਾਬ ਪੀਆਂਗਾ। ਨੈਗੇਟਿਵ ਐਗਜ਼ਾਮਪਲ। ਪੋਜ਼ੀਟਿਵ ਐਗਜ਼ਾਮਪਲ, ਜੇਕਰ ਮੈਨੂੰ ਰੱਬ ਜੀ ਦੇ ਗੁਣ ਗਾਉਣੇ ਪੈਣ ਤਾਂ ਮੈਂ ਇਸ ਜ਼ਬਾਨ ਨਾਲ, ਸਾਜ਼ ਨਾਲ, ਬਾਹਰੋਂ ਕਈ ਤਰੀਕਿਆਂ ਦੇ ਨਾਲ ਗਾਵਾਂਗਾ। ਪਰ ਜੇ ਮੈਂ ਗਾ ਕੇ ਉਸ ਨੂੰ ਅਮਲੀ ਤੌਰ 'ਤੇ ਨਾ ਜੀਆਂ ਤਾਂ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨਾ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ, ਜਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਾਰ ਭਗਤ ਹਰ ਲੀਜੈ। ਮੇਰਾ ਹਿਰਦਾ ਜੇ ਸ਼ੁੱਧ ਹੈ ਤਾਂ ਮੈਂ ਉਹ ਬਾਰੋਂ ਨਹੀਂ ਗਾਵਾਂਗਾ, ਮੈਂ ਉਸੇ ਕਰਮ ਨੂੰ ਜੀਵਾਂਗਾ। ਸਾਸੰਗ ਜੀ ਕਿਤਨਾ ਸਿੰਪਲ ਹੋ ਗਿਆ। ਜੋ ਤੂੰ ਇੱਥੋਂ ਗਾ ਰਿਹਾ ਹੈ, ਜੋ ਤੂੰ ਟਿਊਨ ਧੁਨ ਵਿੱਚ, ਰਾਗ ਵਿੱਚ ਗਾ ਰਿਹਾ ਹੈ, ਸਾਜ਼ਾਂ ਨਾਲ ਗਾ ਰਿਹਾ ਹੈ, ਜਾਂ ਜੋ ਗੱਲਾਂ ਕਰ ਰਿਹਾ ਹੈ, ਇਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਨਾ, ਜੋ ਮੈਂ ਬੋਲ ਰਿਹਾ, ਇਹ ਵੀ ਕੋਈ ਰਾਗ ਹੈ, ਇਹ ਵੀ ਕੁਝ ਗਾਣਾ ਹੈ। ਗੁਫ਼ਤਗੂ ਵੀ ਰਾਗ ਹੁੰਦਾ ਹੈ। ਜਦੋਂ ਅਸੀਂ ਰਾਗ ਨੂੰ ਗਾਉਂਦੇ ਗਾਉਂਦੇ ਆਪਣਾ ਉਸ ਤਰ੍ਹਾਂ ਉੱਠਣ ਬੈਠਣ ਹੋ ਜਾਂਦੇ ਹਾਂ, ਸਾਡਾ ਜੀਵਨ ਕਵਿਤਾ ਬਣ ਜਾਂਦਾ। ਇੱਕ ਕਵਿਤਾ ਰਾਈਮ ਹੁੰਦਾ, ਆਖਰੀ ਅੱਖਰ ਨੂੰ ਮਿਲਾ ਕੇ ਲਿਖਣਾ। ਇੱਕ ਮੇਰਾ ਉੱਠਦਿਆਂ ਬੈਠਦਿਆਂ ਵੈਸਾ ਜੀਵਨ ਬਣ ਜਾਣਾ। ਮੇਰਾ ਜੀਵਨ ਕਵਿਤਾ ਬਣ ਗਿਆ, ਮੇਰਾ ਜੀਵਨ ਮੇਰੇ ਕਰਮ ਗਾਇਕੀ ਬਣ ਗਏ। ਉਹ ਜਦੋਂ ਹੋ ਜਾਂਦੇ ਨੇ ਤਾਂ ਉਹਦਾ ਮਤਲਬ ਸਿੰਪਲ ਨਿਕਲਿਆ ਕਿ ਜੋ ਮੈਂ ਬੋਲ ਰਿਹਾ ਹਾਂ, ਜੋ ਮੈਂ ਗਾ ਰਿਹਾ ਹਾਂ, ਜੇ ਮੇਰਾ ਮਨ ਉਹਨੂੰ ਗਾ ਰਿਹਾ ਹੈ ਤਾਂ ਵੈਸੇ ਕਰਮ ਮੈਂ ਕਰਾਂਗਾ। ਇਹਦਾ ਮਤਲਬ ਗਾਵੇ ਦਾ ਮਤਲਬ ਹੈ ਉਸ ਅਨੁਸਾਰ ਜੀਣਾ। ਰੱਬੀ ਗੁਣ ਗਾਇਆ ਮਨ ਕਰਕੇ ਔਰ ਮੈਂ ਉਸ ਨੂੰ ਜੀਵਿਆ, ਅਮਲੀ ਤੌਰ 'ਤੇ ਜੀਵਿਆ, ਇਹਨੂੰ ਗਾਉਣਾ ਕਹਿੰਦੇ ਨੇ। ਬਾਹਰਲੇ ਗਾਉਣ ਨੂੰ ਗਾਉਣਾ ਨਹੀਂ ਕਹਿੰਦੇ ਨੇ। ਇਸੀ ਕਰਕੇ ਆਸਾ ਕੀ ਵਾਰ ਦਾ ਅਸੀਂ ਇਹ ਪੜ੍ਹਿਆ, ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤ ਕਰ। ਹੁਣ ਇਹ ਗਾਵੇ ਤੋਂ ਅੱਗੇ ਚੱਲਦਾ ਹੈ ਕਿ ਜਿਹੜਾ ਵਿਰਲਾ ਮਨ ਬਣਨਾ ਚਾਹਤਾ ਹੈ ਉਹ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ। ਇਸੀ ਕਰਕੇ ਉਹ ਵਿਰਲਾ ਬਣਨ ਦੀ ਜਰਨੀ 'ਤੇ ਹੈ। ਇਹ ਅਸੀਂ ਜਪਜੀ ਸਾਹਿਬ ਵਿੱਚ ਬਾਰ-ਬਾਰ ਕਹਿੰਦੇ ਪਏ ਹਾਂ। ਜੋ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ, ਹੀ ਵਾਂਟਸ ਟੂ ਬੀ ਵਨ ਵਿਦ ਗੋਡ। ਔਰ ਰੱਬ ਨਾਲ ਜਿਹੜਾ ਇਕਮਿਕ ਹੋ ਜਾਂਦਾ ਉਹ ਵਿਰਲਾ ਹੋ ਜਾਂਦਾ ਹੈ। ਇਸ ਕਰਕੇ ਦੁਨੀਆ ਦਾ ਕੋਈ ਵੀ ਮਨੁੱਖ ਵਿਰਲਾ ਬਣ ਸਕਦਾ ਹੈ। ਵਿਰਲਾ ਬਣਨ ਵਾਲੇ ਮਨ ਦੀ ਗੱਲ ਚੱਲ ਰਹੀ ਹੈ। ਉਹ ਚੰਗੇ ਚੰਗੇ ਗੁਣ ਭਾਲਦਾ ਹੈ। ਚੰਗੇ ਗੁਣ ਉਹਨੂੰ ਜਿਸ ਦਰ ਤੋਂ ਮਿਲਦੇ ਨੇ ਉਹ ਉਹਨੂੰ ਨਹੀਂ ਛੱਡਦਾ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਜਦੋਂ ਕਦੇ ਵੀ ਮੈਂ ਰੱਬੀ ਗੁਣਾਂ ਨੂੰ ਇੱਕਦਮ ਤਿਲਾਂਜਲੀ ਦਿਆਂ ਤਾਂ ਮਾਨੋ ਮੈਂ ਦਰ ਛੋੜ ਦਿੱਤਾ। ਮੈਂ ਆਪਣੇ ਸਾਰੇ ਜੀਵਨ ਵਿੱਚ ਇਸ ਗੁਰਦੁਆਰੇ ਤੋਂ ਬਾਹਰ ਜਾ ਕੇ ਜਿੱਥੇ ਵੀ ਜਾਵਾਂ ਔਰ ਮੇਰਾ ਗ੍ਰਾਹਕ ਹੋਵੇ, ਭਾਵੇਂ ਮੇਰਾ ਬੌਸ ਹੋਵੇ, ਭਾਵੇਂ ਰਿਕਸ਼ੇ ਵਾਲਾ ਹੋਵੇ, ਭਾਵੇਂ ਮੇਰੇ ਪਤੀ ਪਤਨੀ ਬੱਚੇ ਹੋਣ, ਦੁਨੀਆ ਦਾ ਕੋਈ ਵੀ ਇਨਸਾਨ ਮੇਰੇ ਨਾਲ ਭੈੜੇ ਬੋਲ ਬੋਲੇ ਔਰ ਜੇ ਮੈਂ ਉਹਦੇ ਨਾਲ ਭੈੜੇ ਬੋਲ ਬੋਲਾਂ ਤਾਂ ਮਾਨੋ ਮੈਂ ਇਹ ਵਾਲਾ ਦਰ ਛੋੜ ਦਿੱਤਾ। ਸਿਰਫ ਇਸ ਦਰ 'ਤੇ ਬੈਠੇ ਰਹੋ ਪਰ ਹੇਰਾ ਫੇਰੀ ਸਾਰੀ ਕਰੋ। ਉਹਨੂੰ ਕਹਿੰਦੇ ਨੇ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਨੇੜੇ ਬੈਠਣਾ ਮਨ ਕਰਕੇ ਹੈ। ਮਨ ਕਰਕੇ ਨੇੜੇ ਬੈਠਣ ਨਾਲ ਤਨ ਕਰਕੇ ਵੈਸੇ ਵਾਲਾ ਗੁਣ ਅਸੀਂ ਜੀ ਪਾਉਂਦੇ ਹਾਂ।
ਹਰ ਇਨਸਾਨ ਨੂੰ ਇਹ ਵਾਲਾ ਦਰ ਲੱਭਣਾ ਹੈ, ਅਤੇ ਜਦੋਂ ਉਹ ਲੱਭ ਲੈਂਦਾ ਉਸ ਨੂੰ ਮਿੱਠੇ ਵਾਲਾ ਗੁਣ ਜੀਣ ਦੇ ਨਾਲ ਚੈਨ ਮਹਿਸੂਸ ਹੁੰਦਾ ਹੈ। ਚੈਨ ਮਹਿਸੂਸ ਹੁੰਦਾ ਹੈ। ਉਹ ਗੁਣ ਛੋੜੇਗਾ ਕਿਉਂ? ਉਸ ਇਹਨਾਂ ਗੁਣਾਂ ਨੂੰ ਸੰਭਾਲ ਕੇ ਰੱਖਦਾ ਹੈ। ਇਹ ਇਸ ਪੌੜੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਸ ਗੱਲ ਤੱਕ ਚੱਲੀਏ ਕਿ ਉਹ ਦਰ ਪਾਲਦਾ ਹੈ। ਉਹ ਦਰ ਪਾਲ ਕੇ ਉਹ ਸਮਝ ਜਾਂਦਾ ਹੈ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਉਹ ਇਸ ਦਰ ਨੂੰ ਲੱਭਦਾ ਹੈ, ਔਰ ਲੱਭਣ ਤੋਂ ਬਾਅਦ ਉਹਨੂੰ ਆਤਮਕ ਚੈਨ ਦੇ, ਰੱਬੀ ਮਿਲਾਪ ਦੇ, ਰੱਬੀ ਗੁਣਾਂ ਦੀ ਕੁਆਲਿਟੀਜ਼ ਵਾਲੇ ਜਦੋਂ ਗੁਣ ਮਿਲਦੇ ਨੇ, ਉਹ ਕਹਿੰਦਾ ਤੁਹਾਡੇ ਦਰ 'ਤੇ ਮੈਂ ਆਇਆ ਔਰ ਮੈਨੂੰ ਤੁਹਾਡਾ ਇਹ ਗੁਣ ਪ੍ਰਾਪਤ ਹੋਇਆ, ਬੜਾ ਸ਼ੁਕਰ ਹੈ। ਤੁਹਾਡੀ ਸਟੋਰੇਜ ਬੜੀ ਕਮਾਲ ਦੀ ਹੈ ਔਰ ਤੁਹਾਡੀ ਸਟੋਰੇਜ ਇਨਫੀਨਿਟ ਹੈ, ਬੇਅੰਤ ਹੈ। ਕਰਤਾ ਤੇਰੇ ਸਭ ਕੁਛ ਹੈ ਦਾ ਮਤਲਬ ਇਹਨੇ ਤੁਹਾਡੇ ਘਰ ਮੈਂ ਆਵਾਂਗਾ, ਮੈਨੂੰ ਕਾਰ ਮਿਲ ਜਾਏਗੀ, ਮੈਨੂੰ ਨੌਕਰੀ ਮਿਲ ਜਾਏਗੀ, ਮੈਨੂੰ ਮਕਾਨ ਮਿਲ ਜਾਏਗਾ, ਨਹੀਂ। ਤੁਹਾਡੇ ਘਰ ਬੇਅੰਤ ਰੱਬੀ ਗੁਣ ਨੇ। ਜਦੋਂ ਇਹ ਗੁਣ ਮਿਲਦੇ ਨੇ, ਉਹ ਇਹਨਾਂ ਗੁਣਾਂ ਦੇ ਦਰ ਨੂੰ ਸੰਭਾਲ ਕੇ ਰੱਖਦਾ ਔਰ ਉਹਦੀ ਕੂੜ ਦੀ ਇਸ ਸ਼ਬਦ ਅਨੁਸਾਰ ਕੀ ਖਤਮ ਹੁੰਦੀ ਹੈ? ਕਬੀਰ ਜਾਂ ਦਿਨ ਹੋਮੂਆ ਪਾਛੈ ਪਿਆ ਆਨੰਦ, ਪਾਛੈ ਪਿਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ, ਮੋਹ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ, ਸੰਗੀ ਭਜੈ ਗੋਬਿੰਦ, ਕਬੀਰ ਜਾਂ ਦਿਨ ਹੋਮ, ਕਬੀਰ ਜਾਂ ਦਿਨ, ਕਬੀਰ ਜਾਂ ਦਿਨ, ਕਬੀਰ ਜਾਂ ਦਿਨ ਹੋਮੁਆ। ਜਿਸ ਦਿਨ ਮੇਰਾ ਇਹ ਹੋਂ ਖਤਮ ਹੁੰਦੀ ਗਈ, ਪਾਛੈ ਪਿਆ ਆਨੰਦ। ਇਹਦਾ ਮਤਲਬ ਇਹ ਕੂੜ ਦੀ ਪਾਲ ਮੀਨਸ ਅਵਗੁਣੀ ਸੋਚ। ਅਵਗੁਣੀ ਸੋਚ ਮੀਨਸ ਅਵਗੁਣ ਛੱਡਣੇ। ਜੋ ਜੋ ਮੈਂ ਅਵਗੁਣ ਛੱਡਦਾ ਹਾਂ, ਮੈਨੂੰ ਆਨੰਦ ਆਉਂਦਾ ਹੈ, ਮੈਨੂੰ ਸਵਾਦ ਆਉਂਦਾ ਹੈ। ਭੈੜੇ ਬੋਲ ਵਾਲੀ ਕੁਆਲਿਟੀ ਛੋੜਦਾ ਹਾਂ ਤਾਂ ਉੱਥੇ ਹੀ ਡੈਫੀਨੇਸ਼ਨ ਗੁਰੂ ਪਾਤਸ਼ਾਹ ਪੂਰੀ ਕਰ ਦਿੰਦੇ ਨੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ। ਕਿਲਵਿਖ ਕੀ ਹੈ? ਮੇਰੇ ਭੈੜੇ ਬੋਲ। ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ। ਮੇਰਾ ਮੋਹ ਭੈੜੇ ਬੋਲਣ ਨਾਲ ਟੁੱਟ ਗਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ, ਉਹਨਾਂ ਦੇ ਬੋਲਣ ਦਾ ਢੰਗ, ਤਿਨਕਾ ਸ਼ਬਦ ਸੱਚੈ ਸਵਾਰਿਆ।
ਜਿਹਦਾ ਸੰਵਰ ਜਾਂਦਾ ਹੈ ਉਹ ਮਿੱਠਾ ਬੋਲਦਾ ਹੈ। ਜਦੋਂ ਮਿੱਠਾ ਬੋਲਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਕਿ ਨਾਨਕ ਇਹ ਆਨੰਦ ਹੈ। ਆਨੰਦ ਗੁਰ ਤੇ ਜਾਣਿਆ, ਗੁਰੂ ਨੇ ਸਮਝਾਇਆ ਮਿੱਠਾ ਬੋਲਦੇ ਨੇ, ਨਹੀਂ ਤਾਂ ਟੂਟ ਪ੍ਰੀਤ ਗਈ ਬੁਰਬੋਲ ਹੋ ਜਾਂਦਾ ਹੈ। ਬਸ ਜਦੋਂ ਇਹ ਵਾਲਾ ਅਵਗੁਣ ਛੱਡ ਕੇ ਗੁਣਾਂ ਵਾਲੇ ਪਾਸੇ ਪੈਂਦੇ ਹਾਂ, ਉਹਨੂੰ ਗਾਉਣਾ ਕਹਿੰਦੇ ਨੇ। ਇਹ ਪੂਰੇ ਇਸ ਪੌੜੀ ਦੇ ਵਿਚਕਾਰ ਸਾਨੂੰ ਇਹ ਬਾਰ-ਬਾਰ ਮਿਲੇਗਾ ਗਾਉਣਾ। ਅਤੇ ਆਨੰਦ ਆਉਣਾ ਸ਼ੁਰੂ ਹੋਇਆ ਤਾਂ ਆਨੰਦ ਸਾਹਿਬ ਦੀ ਪੂਰੀ ਗੱਲ ਬਣਦੀ ਹੈ। ਔਰ ਜਦੋਂ ਪੂਰੀ ਆਨੰਦ ਸਾਹਿਬ ਦੀ ਇਹ ਗੱਲ ਬਣਦੀ ਹੈ ਤਾਂ ਇਸ ਗੱਲ ਨੂੰ ਅਸੀਂ ਇੱਥੇ ਤੱਕ ਲੈ ਕੇ ਆਉਂਦੇ ਹਾਂ ਕਿ ਆਨੰਦ ਜਦੋਂ ਮੇਰੇ ਮਨ ਨੂੰ ਆ ਜਾਂਦਾ ਹੈ ਤਾਂ ਮਨ ਦਾ ਕੰਮ ਹੀ ਇਹੀ ਹੈ ਕਿ ਮਨ ਹਾਰਟ ਵਾਂਗੂ ਕੰਮ ਕਰਦਾ ਹੈ। ਹਾਰਟ ਸਾਰੇ ਇੱਕ ਇੱਕ ਅੰਗ ਰੋਮ ਰੋਮ ਨੂੰ ਬਲੱਡ ਭੇਜਦਾ ਹੈ। ਮਨ ਕੀ ਕਰਦਾ ਹੈ? ਜੋ ਆਨੰਦ ਲੈਂਦਾ ਹੈ ਉਹ ਆਨੰਦ, ਉਹ ਅੰਮ੍ਰਿਤ ਇੱਕ ਇੱਕ ਰੋਮ ਨੂੰ ਭੇਜਦਾ ਹੈ। ਇਹਨੂੰ ਆਨੰਦ ਪਿਆ ਮੇਰੀ ਮਾਏ ਕਹਿੰਦੇ ਨੇ, ਇਹਨੂੰ ਸੁਖੀ ਅਵਸਥਾ ਕਹਿੰਦੇ ਨੇ। ਜਿਸ ਮਨ ਨੇ ਇਹ ਵਾਲਾ ਕੰਮ ਕੀਤਾ ਉਹਨੂੰ ਭਗਤ ਕਹਿੰਦੇ ਨੇ। ਜਦੋਂ ਇੱਕ ਇੱਕ ਰੋਮ ਰੋਮ ਅੰਗ ਨੂੰ ਅੰਮ੍ਰਿਤ ਵੰਡ ਰਿਹਾ ਹੈ, ਇਹ ਆਨੰਦ ਦੀ ਅਵਸਥਾ ਵੰਡ ਰਿਹਾ ਹੈ, ਉਸ ਅਵਸਥਾ ਨੂੰ ਭਗਤ ਕਰਨਾ ਕਹਿੰਦੇ ਨੇ, ਭਗਤੀ ਕਰਨਾ ਕਹਿੰਦੇ ਨੇ। ਜਦੋਂ ਇਹ ਹੱਥ ਦੇ ਨਾਲ ਵਿਗਾੜ ਕਰਦੇ ਸੀ, ਮਨ ਇਸ ਹੱਥ ਨੂੰ ਸੁਨੇਹਾ ਦੇ ਰਿਹਾ ਪਿਆਰ ਕਰੀਦਾ, ਇਹਦੇ ਨਾਲ ਦੂਸਰੇ ਦੇ ਕਮਰ 'ਤੇ ਹੱਥ ਰੱਖੀਦਾ ਹੈ, ਇਹਦੇ ਨਾਲ ਕਿਸੇ ਦੀ ਲੈਗ ਪੁਲਿੰਗ ਨਹੀਂ ਕਰੀਦਾ ਹੈ, ਇਹਦੇ ਨਾਲ ਕਿਸੇ ਦੀ ਕੌਨਫੀਡੈਂਸ਼ੀਅਲ ਰਿਪੋਰਟ ਆਫਿਸ ਵਿੱਚ ਨਹੀਂ ਖਰਾਬ ਕਰੀਦਾ, ਇਹਦੇ ਨਾਲ ਕਿਸੇ ਦੀ ਫਾਂਸੀ ਦੀ ਸਜ਼ਾ ਨਹੀਂ ਲਿਖੀਦਾ, ਇਹਦੇ ਨਾਲ ਕਿਸੇ ਨੂੰ ਥੱਪੜ ਨਹੀਂ ਮਾਰੀਦਾ। ਬਸ ਇਹ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਵਾਲੇ ਬੰਦੇ ਜਾਂਦੇ ਨੇ। ਜੋ ਇਹ ਕੰਮ ਮਨ ਕਰਦਾ ਹੈ ਉਹਨੂੰ ਭਗਤੀ ਕਰਨਾ ਕਹਿੰਦੇ ਨੇ। ਭਗਤੀ ਹੁੰਦੀ ਹੈ ਰੱਬੀ ਗੁਣਾਂ ਦੇ ਨਾਲ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬੀ ਗੁਣ ਉਹ ਵੰਡਦਾ ਹੈ। ਸੋ ਇਹ ਮਨ ਰੋਮ ਰੋਮ ਨੂੰ ਜਦੋਂ ਰੱਬੀ ਗੁਣ ਵੰਡਣ ਲੱਗਦਾ ਹੈ ਔਰ ਉਹ ਰੋਮ ਰੋਮ ਵੀ ਰੱਬੀ ਗੁਣਾਂ ਵਿੱਚ ਆ ਜਾਂਦਾ ਹੈ, ਇਹਨੂੰ ਗਾਵੇਂ ਕਹਿੰਦੇ ਨੇ। ਗਾਵੇਂ ਦੀ ਅਵਸਥਾ ਵਿੱਚ ਕੀ ਹੁੰਦਾ ਹੈ? ਮੋਏ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਸੰਗੀ ਕੌਣ ਹੁੰਦਾ ਹੈ? ਮੇਰਾ ਇੱਕ ਇੱਕ ਇੰਦਰਾ ਗਿਆਨ ਇੰਦਰਾ, ਇਹਨਾਂ ਨੂੰ ਸੰਗੀ ਸਾਥੀ ਕਹਿੰਦੇ ਨੇ। ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ, ਹਰਿਆ ਭਾਈ ਹੋ ਜਾਂਦਾ ਹੈ। ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਉਹਦੇ ਵਿੱਚ ਕਹਿੰਦੇ ਸੰਗੀ ਸਾਥੀ ਸਗਲ ਤਰਾਈ। ਸੰਗੀ ਸਾਥੀ ਕੀ ਹੈ? ਸਾਰੇ ਮੇਰੇ ਹੈ ਸੰਗੀ ਸਾਥੀ। ਅੱਖ ਨੱਕ ਕੰਨ ਇਹ ਵੀ ਸਾਰੇ ਨਾਲ। ਇਹਨੂੰ ਕੁੱਲ ਉਦਾਹਰਨ ਆਪਣਾ ਵੀ ਕਹਿੰਦੇ ਨੇ। ਪਰ ਆਪਣਾ ਕੁੱਲ ਉਧਾਰ ਕਿਸ ਤਰ੍ਹਾਂ ਹੁੰਦਾ ਹੈ? ਜਿਹੜੇ ਆਪਣੇ ਮਾਤਾ ਪਿਤਾ ਮੀਨਸ ਆਪਣੇ ਪਿਤਰਾਂ ਦਾ ਉਧਾਰ ਕਰ ਲੈਂਦਾ ਹੈ। ਪਿਤਰੀ ਹੋਏ ਉਧਾਰੋ, ਜਿਹੜੀ ਆਪਣੀ ਅਕਲ ਠੀਕ ਕਰ ਲੈਂਦਾ ਹੈ, ਆਪਣੀ ਮੱਤ ਨੂੰ ਠੀਕ ਕਰ ਲੈਂਦਾ ਹੈ ਔਰ ਆਪਣੇ ਸੰਤੋਖ ਰੂਪੀ ਪਿਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਵਾਲੀ ਅਵਸਥਾ ਵਾਲਾ ਆਨੰਦ ਮਾਣਦਾ ਹੈ। ਹੁਣ ਜਦੋਂ ਇਹ ਰੀਅਲ ਇਹ ਵਾਲਾ ਆਨੰਦ ਮਾਣਦਾ ਹੈ, ਉਹਦੀ ਗਾਉਣੇ ਦੀ ਅਵਸਥਾ ਬਣਦੀ ਹੈ। दुनिया सोचती है कि स्वर्ग एक जगह है और वहाँ पर कुछ गंधर्व के कुछ म्यूजिशियंस बैठे हुए हैं जिन्होंने वावण हारे कहते हैं, ਜਿਹੜੇ ਵਜਾਉਂਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਕੁਝ ਬਾਹਰ ਵਾਪਰ ਰਿਹਾ ਤੂੰ ਮੰਨਦਾ ਹੈ ਨਾ, ਦਰਅਸਲ ਕੁਦਰਤ ਦੇ ਨਿਯਮ 'ਚ ਤੇਰੇ ਅੰਦਰ ਵਾਪਰ ਰਿਹਾ। ਇਸ ਕਰਕੇ ਗੁਰੂ ਪਾਤਸ਼ਾਹ ਨੇ ਪੂਰੀ ਖੇਡ ਰਚਾਈ ਸਾਨੂੰ ਇੱਕ ਸੱਚ ਤੱਕ ਅਪਣਾਉਣ ਵਾਸਤੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੋ ਹੁਣ ਇਸ ਸ਼ਬਦ ਦੇ ਅੰਦਰ, ਇਸ ਪੌੜੀ ਦੇ ਅੰਦਰ ਔਰ ਜਪਜੀ ਸਾਹਿਬ ਦੇ ਇਸ 27 ਨੰਬਰ ਪੌੜੀ ਜਿਸ ਨੂੰ ਅਸੀਂ ਪਹਿਲਾਂ ਪੜ੍ਹ ਲਿਆ ਸੀ, ਅਸੀਂ ਇਹਦੀ ਗਹਿਰਾਈ 'ਚ ਜਦੋਂ ਉਤਰ ਰਹੇ ਹਾਂ। ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ। ਉਹ ਕੈਸਾ ਦਰ ਹੈ? ਉਸ ਦਰ ਨੂੰ ਅੰਤਰ ਆਤਮਾ 'ਚ ਨਿਜ ਘਰ 'ਚ ਵਸਦੇ ਰੱਬ ਜੀ ਰਹਿੰਦੇ ਹਨ। ਉਸੀ ਦਰ ਨੂੰ ਸੋ ਦਰ ਕਹਿੰਦੇ ਨੇ। ਉੱਥੋਂ ਜੈਸਾ ਫੁਰਮਾਨ ਮਿਲਦਾ ਹੈ ਉਹ ਵੈਸਾ ਚੱਲਦਾ ਹੈ। ਫੁਰਮਾਨ ਮਿਲਦਾ ਹੈ ਚੰਗੇ ਗੁਣ ਕਮਾਇਆ ਕਰ। ਚੰਗੇ ਗੁਣ ਕਮਾਉਣ ਵੇਲੇ ਢਿੱਲ ਨਾ ਕਰਿਆ ਕਰ। ਹਰ ਫੁਰਮਾਨ ਦਰਗਹਿ ਕਾ ਆਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਚੱਲ
दरहाल दीवान बुलाया। तैनू उस दर दे रब जी जिहड़ा सब तो वड्डा महत है, दीवान जज है, उन्हें तैनू बुलाया। हर फुरमान दरगाह का आया। सत्संग जी ये अर्थ समझे जाते सन कि अब तुम्हारी जीवन खत्म हो गया, अब तुम मर गए हो, भगवान ने तुम्हें बुला लिया, ऊपर बुला रहा है, चलो। कह रहे हर फुरमान दरगाह का आया। दरगाह अंदर है, दर अंदर है, अंदर दे दर तो सुनिया आया है तो तू ढिल करदा, चल दरहाल। दरहाल होंदा जैसे हाल में है, लेट्स गो, चल दरहाल दीवान बुलाया। जेकर मैं अपने घर बैठा हाँ और मनु बड़ी चाह है मेरे घर रब जी आन, मेरा बिलवड, मेरा प्यारा, मेरा प्रीतम, मेरा शो आवे, और बाहरों नॉक हो जावे और मनु आवाज़ आवे कि मेरा प्रीतम आ गया है, उस वेले मैं कहां मैं उन्हें कंघी नहीं की, नहीं मैं उन्हें कॉस्मेटिक्स नहीं लाई जी, मैं उन्हें मुँह नहीं धोता, तो मेरा भुलेखा होएगा। तो मैं इमीजिएटली उस सच नूं, उस बिलवड नूं, उस प्यारे नूं उड़ के जाके मिलना नहीं चाहता। इनू कहते ने रूहला टुंडा अंधला, कह गल लगे ताए, तेरे अंदर वो चाह ही नहीं है कि मैं उड़ के जाके मिला, तेनू अपने आउटर लुक दी पई हुई है। बस ये कि न बिलम धर्मं बिलंग पापं, जो चंगा काम करना है ना धर्म का, फिर देरी ना करया कर, वो दर प्राप्त होंदा है। उसी फुरमान नूं जीवन जीवो तो रब्बी गुणा की संभाल होंदी है, और वो घर अंतर आत्मा के निज घर चों प्राप्त चंगे गुणा की सृष्टि नूं विरला बनन वाला मान के विस्मादत होंदा है, उसनूं स्वाद आंदा है। गांव है, असी गांव है, और दर और फुरमान और गुण संभालन के बारे अज जिहड़ी एक्सरसाइज कर लई, कल इत्थे जदों प्रोग्राम होएगा सानू पौड़ी समझने च बड़ा फायदा होएगा। हो सकता है स्लो लग रहा होवे, पर क्योंकि बार बार इहदे विच ऐसे अखर आणगे, इस करके जदों असी इसनूं एक बारी क्लीयरली समझ जावांगे, गावें किनू कहंदे ने, गावें दी अवस्था संगी भजे गोबिंद होंदा है, मेरा रोम रोम उस पासे उस जीवन नूं जीवे, रब्बी गुणा नूं जीवे, ये गाउणा कहलांदा है। पर जे मैं बारों बारों पढ़ा, बारों बारों गावां, उहनूं कहंदे ने गुरमत सुन कछ ज्ञान ना उपजो, पशु जो उदर भरों। मैं पशु जिस तरह ढेर सारा चारा खा लेंदे ने, इस तरह मैं गुरमत भी बड़ी सुनी है। गुरमत सुन कछ ज्ञान ना उपजियो। मैनू तत्त ज्ञान समझ नहीं आया, मैनू गल समझ नहीं, तो मतलब तत्त ज्ञान भी मतलब यही होया कि तू अमली उन्होंने जीण लग पवे जो तू सुनिया है। जदों तू उन्होंने जीण लग पैंदा ना, ये गाउणा है, ये आनंद है, ये उस घर दे गुण नूं संभाल के उस अवस्था ते अपड़ना है। सो सोदर दी पौड़ी दे अंदर बाहरले जिहड़े प्रतीक बनाए जाते सन, वो तो गुरु पातशाह कहते सारे रब जी दे दर ते पानी ऑलरेडी भर ही रहे ने। जिहड़ा विरला बनना चाहता है वो रब जी दे दर ते अपड़ के रब जी दे सारे वाले गुण जिहड़े ने इन्हां नूं संभालना शुरू करता है। जे कोई ब्रह्मा विष्णु महेश और इस तरीके दे नाल होर जितने इस इहदे विच आउणगे, जे उन्हां नूं समझे तो गुरु पातशाह कहंदे ये भी उहदे नियम अधीन चलदे होणगे, जे किसी मिथिहासिक फिलोसफी नूं मन्नीए तां। पर गुरु पातशाह कहंदे नहीं, ब्रह्मा दा मतलब तेरे अंदर रंग चंगे चंगे गुणा की उत्पत्ति, तो चंगे चंगे गुणा की उत्पत्ति होंदी है, ये गाउणा है, इहदे नाल तैनूं आनंद आएगा। अल्टीमेटली सानू अंदर ही जाके वो वाले गुण प्राप्त करने हैं। सो निजकर अंतरात्मे च वसदे रब जी की रजा विच तुरना ही गावें कहलाउंदा है, संगी भजे गोबिंद हो जाता है। तो अगली पंक्ति आती है, वाजे नाद अनेक असंखा केते वावण हारे। जदों उस दे अंदर ये आनंद शुरू हो जाता है, तो आनंद सुनो वड भागियो असी पढ़ते हैं।
उसनों असी उच्चारण आनंद सुनो वडभागियो नहीं करना। अनहद सुनो, अनहद भाव अनहद, अनहद सुनो वड भागियो सगल मनोरथ पूरे। अनहद सुनो वड भागियो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उचरे सुनी सच्ची बाणी। संत साजन पै सरसे पूरे गुर ते जानी। सुनते पुनीत कह ते पवित सत गुर आबर। बिनवंत नानक गुर चरण लागे वाजे अनहद तूरे। वाजे अनहद तूरे। तूरे की होंदा है? वो तू वो बिगुल जिहड़ा वजदा है, ਉਹਦੇ अनहद नाद ਦਾ बिगुल वजना शुरू हो गया। वाजे अनहद तूरे। इस करके इसका जिहड़ा पहला अखर है वो भी अनहद सुनो वडभागी हो है, आनंद नहीं है, अनहद। अनहद मतलब अनहद जिहड़ा खत्म नहीं होंदा। गुण संभाले ने ना, हुणे गुण छुटते नहीं ने, और बेअंत वो गुणा का खजाना कदे खत्म नहीं होंदा। इस वाजे अनहद तूरे दी अवस्था कदों आई? जदों उन्हें अनहद नाद भाव सतगुर दी मत दा सुनिया। ये एवें कोई बाहरले बजाण वाले साज के बदले अंदरले कोई साजां की आवाज़ नहीं सुनाई देनी शुरू हो जाती। वो सिद्ध जोगी बोलते हैं कि कुछ बजाना नहीं पैता और अंदर से सुनाई देता है। अंदर से सुनाई देता था। गुरमत विच अनहद नाद का मतलब है सतगुर की गल सुनी और उस अनुसार मेरा मन, मेरे सारे इंद्रे ज्ञानेंद्रे अंग अंग रोम रोम नूं नाल लैके उस पासे टुर पिया। वाजे नाद अनेक असंखां केते वावण हारे। एक एक रोम रोम अंग अंग गाण लग पिया। वो सारे वजाउण लग पे, साज वजाउण लग पे। मेरा सीधा पासा कर दिता, मैनू डिंगे टेढ़े टुरन तो मैनू ट्यून्ड कर दिता। जदों साडे घरां विच कोई बच्चा या कोई मनुख रुस जाता है ना, तो असी सारिਆਂ ने किधरे जाना होंदा है, तो असी सारे एक दूजे नूं कहंदे आओ चलो ना, चलो ना, आओ चलो। सारे असी बाहर खड़े हो जाते हैं। वो एक मनुख जिहड़ा रुस गया सी वो नहीं आंदा, उन्होंने पूछते वो क्यों नहीं आया? कहंदे वो देखो ना अंदर डिंगा होया होया, उन्होंने सीधा करो जाके। वो डिंगा इंज कोई बॉडी करके डिंगा थोड़ा ना होंदा है। वो बेसुरा हो गया, वो बेताला हो गया। डिंगे चलना, चलत कत टेढ़े टेढ़े, राग ते नहीं टुरदा, सीधे राह ते नहीं टुरदा, ट्यून्ड नहीं है, मन करके रब्बी गुण नहीं गा रहा। डिंगा होना, उदास होना, रुस जाना, मन मर्जी मनवाना, ये सारा की है? नहीं गा रहा। कुवेले दा कोजा राग गा रहा है। ओनू मनाओ जी जाके, ओनू सीधा करो ना, फिर सारे चल पाएंगे। जदों मन जाता है, जदों सीधा हो जाता है तो सीधे राह ते टुरन लग पिया। मानो उठत बैठत सोवत है, मार्ग चलत हरे हर गाइए, वो सीधे राह टुर पिया। सीधे राह टुरना हरत हरे हर गाइए है। कितने सिंपल गुरमत दिए टर्म्स ने और कितने इन्हां दे सिंपल अर्थ ने। अनहद नाद उन्होंने सुनाई देने लग पिया। वाजे अनहद तूरे सुनान लग पिया। उन्हें मुकदा नहीं है। कहते पवी सुनते पवी सतगुरु पर पूरे बिनवंत नानक गुरचरण लागे वाजे अनहद। अनहद मीन्स मुकदे ही नहीं ने, हद ही कोई नहीं है। जिसनों रब्बी गुणी एक बारी समझ आ जाएंगे और वो छोड़ देवे, हद आ गई। पर वो मरण तक आखिरी श्वास तक ना छोड़े, अनहद
ਤੂਰੇ ਉਹਦੇ ਅੰਦਰ ਸੱਚ ਦਾ ਸਾਜ਼, ਸੱਚ ਦਾ ਸੁਨਿਆ, ਸੱਚ ਦਾ ਬਿਗੁਲ ਵੱਜ ਰਿਹਾ ਹੈ। ਔਰ ਬਿਗੁਲ ਨੂੰ ਜਦੋਂ ਅਸੀਂ ਲੈਂਦੇ ਹਾਂ, ਬਿਗੁਲ ਕਦੋਂ ਵੱਜਦਾ ਹੈ? ਜਦੋਂ ਦੋ ਫੌਜਾਂ ਲੜਦੀਆਂ ਨੇ, ਲੜਾਈ ਤੋਂ ਪਹਿਲਾਂ ਬਿਗੁਲ ਵੱਜਦਾ ਹੈ, ਚਲੋ ਲੜਾਈ ਸਟਾਰਟ। ਔਰ ਜਦੋਂ ਜਿੱਤ ਪ੍ਰਾਪਤ ਹੋ ਜਾਂਦੀ ਹੈ ਤਾਂ ਬਿਗੁਲ ਵੱਜਦਾ ਹੈ, ਇਹ ਜੀਤ ਗਿਆ, ਹੈ ਨਾ। ਗੁਰਮਤ ਕਹਿੰਦੀ ਹੈ ਤੇਰੀ ਲੜਾਈ ਰੋਜ਼ ਵਿਕਾਰਾਂ ਨਾਲ ਹੁੰਦੀ ਹੈ, ਡੀਮਨ ਜੰਮ ਤੈਨੂੰ ਰੋਜ਼ ਸਤਾਉਂਦੇ ਨੇ, ਤੇਰਾ ਬਿਗੁਲ ਵੱਜ ਗਿਆ, ਹੁਣ ਤੂੰ ਜਿੱਤ ਪ੍ਰਾਪਤ ਕਰੇ, ਗੁਸਾਈ ਦਾ ਪਹਿਲਵਾਨੜਾ ਬਣੇ ਤਾਂ ਵਾਜੇ ਅਨੰਦ ਤੂਰੇ ਹੋ ਸਕਦਾ। ਹਮੇਸ਼ਾ ਤੇਰਾ ਤੂ ਵੱਜਦਾ ਹੀ ਰਹੇਗਾ। ਤੇਰੇ ਵਾਸਤੇ ਸਤਿਗੁਰ ਹਮੇਸ਼ਾ ਉੱਚ ਦੁਮਾਲੜਾ ਦਾ ਤੈਨੂੰ ਇਨਾਮ ਦਿੰਦਾ ਹੀ ਰਹੇਗਾ। ਤੇਰੇ ਵਾਸਤੇ 1 ਮਿੰਟ ਦੀ ਸੈਲੀਬ੍ਰੇਸ਼ਨ ਨਹੀਂ ਹੋਏਗੀ, ਇਹ ਜੀਤ ਗਿਆ ਹੈ। ਇਸ ਤਰ੍ਹਾਂ ਹੱਥ ਪਕੜ ਕੇ ਇਹ ਰਿੰਗ ਉੱਤੇ ਖੜਾ ਕਰ ਦਿੰਦੇ ਨੇ, ਇਹ ਕੁਸ਼ਤੀ ਕੋ, ਇਹ ਰੈਸਲਿੰਗ ਕੋ, ਇਹ ਬਾਕਸਿੰਗ ਕੋ ਇਸਨੇ ਜੀਤਾ। ਉਸ ਤੋਂ ਬਾਅਦ ਉਹਨੂੰ ਗੋਲਡ ਮੈਡਲ ਦੇ ਕੇ ਬਸ ਉਹ ਉਤਰ ਜਾਂਦਾ। ਫਿਰ ਇੰਟਰਵਿਊ ਲੈਂਦੇ ਨੇ, ਫੋਟੋ ਹੁੰਦੀਆਂ, ਫਿਰ ਗੱਲ ਖਤਮ ਹੋ ਜਾਂਦੀ, ਉਹਦੀ ਉਹ ਗੇਮ ਖਤਮ ਹੋ ਗਈ। ਸੈਲੀਬ੍ਰੇਸ਼ਨ ਹਮੇਸ਼ਾ ਸੈਲੀਬ੍ਰੇਸ਼ਨ ਹੁੰਦੀ ਰਹੇ, ਅਨਹਦ ਤੂਰੇ ਵੱਜਦੇ ਹੀ ਰਹੇ। ਮੀਨਸ ਹਮੇਸ਼ਾ ਹੀ ਜਮਾ ਤੋਂ ਮੈਂ ਜਿੱਤ ਪ੍ਰਾਪਤ ਕਰਦਾ ਰਵਾਂ। ਹਾਊ ਟੂ ਕੰਬੈਟ ਦਾ ਈਵਲਸ, ਵਾਜੇ ਅਨਹਦ ਤੂਰੇ। ਸਾਧ ਸੰਗਤ ਇਹ ਬਰੀਕੀ ਮੈਨੂੰ ਇਸ ਕਰਕੇ ਖੋਲ੍ਹਣੀ ਪਈ ਤਾਂ ਕਿ ਸਾਨੂੰ ਕੋਈ ਭੁਲੇਖਾ ਨਾ ਪਾ ਸਕੇ ਕਿ ਕੁਝ ਬਾਹਰਲੇ ਸਾਜ਼ ਵੱਜਦੇ ਨੇ ਅਤੇ ਜਦੋਂ ਤੁਸੀਂ ਅਲਬੇਲੇ 'ਚ ਹੋ ਜਾਂਦੇ ਹੋ ਤਾਂ ਤੁਹਾਡੇ ਅੰਦਰ ਕੋਈ ਸਾਜ਼ ਸੁਣਾਈ ਦੇਣੇ ਸ਼ੁਰੂ ਹੋ ਜਾਂਦੇ ਨੇ। ਗੁਰਮਤ ਦਾ ਅਨਹਦ ਨਾਦ ਇਹਨੂੰ ਕਹਿੰਦੇ ਨੇ। ਔਰ ਇਹ ਅਨਹਦ ਨਾਦ ਅਸੀਂ ਸੋਹਿਲਾ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ। ਕੈਸੀ ਆਰਤੀ ਹੋਏ, ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ, ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਜੰਤ ਪੇਰੀ, ਅਨਹਤਾ ਸ਼ਬਦ ਵਜੰਤ ਪੇਰੀ। ਕੈਸੀ ਆਰਤੀ ਹੋਏ, ਆਰਤੀ ਹੋਏ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, तारका मंडल जनक मोती। धूप मल्याण लो पवन चवरो करे, सगल बन राय फूलंत ज्योति, सगल बन राय फूलंत ज्योति। कैसी आरती होए, आरती होए। भव खंडना तेरी आरती, भव खंडना तेरी आरती। अनहता शब्द वाजंत पेरी, अनहता शब्द वाजंत पेरी। कैसी आरती हो रही है। एक तो बारली मैं सुनी सी। सत्संग जी जितने अर्थ ने इन्हां विच मेरी कोई भी चतराई नहीं है, मेरी कोई सोच समझ नहीं है, कोई बायस्ड नहीं है मनु ये अर्थ करन दे बारे। एक आरती बाहर दी है, एक आरती अंदर हो रही है। साडी पुस्तक तुहानूं मिलेगी जीवन जाच दा खजाना वॉल्यूम 2। ਉਹਦੇ ਵਿੱਚ ਅਸੀਂ ਇਹ ਸੋਹਿਲਾ ਬਾਣੀ ਦਾ ਇਹ ਵਾਲਾ ਸ਼ਬਦ ਡਿਸਕਸ ਕੀਤਾ। ਸੋਹਿਲਾ 'ਚ 5 ਸ਼ਬਦ ਨੇ। ਇਹ ਗਗਨ ਮੈਂ ਥਾਲ ਰਵ। ਜਿਹੜੇ ਬਾਰਵੀਂ ਆਰਤੀ ਕਰਦੇ ਸਨ, ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਸਮਝਾਇਆ, ਦੇਖੋ ਇਹ ਆਰਤੀ ਤੂੰ ਇੱਕ ਨਿੱਕੜਾ ਜਿਹਾ ਥਾਲ ਲੈ ਕੇ ਉਹਦੇ 2 ਦੀਵੇ ਬਾਲ ਕੇ ਜਾਂ ਇੱਕ ਬਾਲ ਕੇ ਜਾਂ ਉਹਦੇ ਫੁੱਲ ਰੱਖ ਕੇ ਧੂਫ ਅਗਰਬੱਤੀ ਰੱਖ ਕੇ ਕਰਦਾ ਪਿਆ, ਕੁਦਰਤ ਦੇ ਵਿੱਚ ਆਪੇ ਆਰਤੀ ਹੋ ਰਹੀ ਹੈ। ਇਹ ਤਾਂ ਉਹਨਾਂ ਨੇ ਸਮਝਾ ਦਿੱਤਾ। ਜਿਹੜੀ ਜਗਨਨਾਥਪੁਰੀ ਦੀ ਸਾਡੇ ਕੋਲ ਗੁਰਬਾਣੀ ਔਰ ਇਤਿਹਾਸ ਦੀ ਵਿਚਾਰ ਆਉਂਦੀ ਹੈ, ਪਰ ਅਸੀਂ ਉਹਦੇ ਵਿੱਚ ਇਹ ਡਿਸਕਸ ਕੀਤਾ ਕਿ ਮੇਰੇ ਇਸ ਸੋਚਣੀ ਦੇ ਉੱਚੇ ਚੰਗੇ ਸੁਚੱਜੇ ਸਪਿਰਿਚੁਅਲ
ਧਾਰਮਿਕਤਾ ਦੇ ਅਧਿਆਤਮਕ ਵਾਲੀ ਸੋਚ ਦੇ ਖਿਆਲ ਨੂੰ ਆਕਾਸ਼ ਕਹਿੰਦੇ ਨੇ, ਗਗਨ ਕਹਿੰਦੇ ਨੇ। ਜਦੋਂ ਮੈਨੂੰ ਇਹਦੇ ਕੋਈ ਮੰਦਾ ਖਿਆਲ ਨਾ ਆਵੇ ਤਾਂ ਮੰਦੇ ਖਿਆਲ ਵਾਲਾ ਮੇਰਾ ਮਨ ਮਰ ਗਿਆ ਨਾ, ਉਹਨੂੰ ਕਹਿੰਦੇ ਨੇ बाबा बोलते थे कहाँ गए। अब ये जो मन बीच में गलत मलत बोलता था कहाँ चला गया। उस शब्द कहते ने गगन नगर एक बूंद ना बरखे, नाद कहाँ जो समाना। मैनू भैड़े ख्याल आते सी ना, हुण नहीं आते। गगन गुरबाणी अंदर इस सोचनी दे उच्चे ढंग नूं क्या, उच्चे चढ़ के देखिया। ਉੱਚੇ ਚੜ੍ਹਨਾ ਗਗਨ ਵਾਲੀ ਇਕੁਐਲਿਟੀ ਦਾ ਪ੍ਰਤੀਕ। ਗਗਨ ਮੈਂ ਥਾਲ, ਇਹਦੇ ਅੰਦਰ ਰਵ ਚੰਦ ਦੀਪਕ ਬੰਨੇ, ਤੇਰੇ ਅੰਦਰ ਵੀ ਸੂਰਜ ਔਰ ਚੰਦਰਮਾ ਵਾਲੀ, ਚੰਦਰਮਾ ਦੀ ਠੰਡਕ ਹੈ ਔਰ ਸੂਰਜ ਦਾ ਪ੍ਰਕਾਸ਼ ਦੀ ਅਗਨੀ ਹੈ। ਜੇ ਸਿਰਫ ਸੂਰਜ ਹੋਏ ਤਾਂ ਮੇਰੇ ਕੋਲ ਜਿਹੜਾ ਗਿਆਨ ਹੈ ਉਹਦੇ ਨਾਲ ਮੈਂ ਦੂਸਰਿਆਂ ਨੂੰ ਇਨਸਲਟ ਕਰਾਂਗਾ, ਠਿੱਠ ਕਰਾਂਗਾ, ਉਹਨਾਂ ਦੇ ਨਾਲ ਵਿਤਕਰਾ ਕਰਾਂਗਾ, ਉਹਨਾਂ ਨੂੰ ਡੋਮੀਨੇਟ ਕਰਾਂਗਾ। ਪਰ ਗਿਆਨ ਦੇ ਨਾਲ ਠੰਡਕ ਵੀ ਹੋਏ, ਸੂਰਜ ਦੇ ਨਾਲ ਚੰਨ ਵੀ ਹੋਏ ਤਾਂ ਨਮਰਤਾ 'ਚ ਰਹਾਂਗਾ ਔਰ ਸੌਫਟਨੈਸ ਵਿੱਚ ਰਵਾਂਗਾ, ਟਿਟ ਫॉर ਟੈਟ ਨਹੀਂ ਕਰਾਂਗਾ। ਇਹ ਸਾਰਾ ਤੁਸੀਂ ਉਹਨੂੰ ਪੜ੍ਹ ਕੇ ਦੇਖਣਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਉਹ ਜਨਕ ਮੋਤੀ ਬਣ ਗਏ ਨੇ। ਮੇਰੇ ਅੰਦਰ ਜਿਤਨੇ ਵੀ ਮੰਦੇ ਖਿਆਲ ਆਉਂਦੇ ਸਨ, ਤਾਰੇ ਹਮੇਸ਼ਾ ਗੁਰਬਾਣੀ ਦੇ ਅੰਦਰ ਵਿਕਾਰਾਂ ਦੇ ਬਾਰੇ ਡਿਸਕਸ ਕੀਤਾ ਜਾਂਦਾ ਹੈ। ਜਦੋਂ ਆਏਗਾ ਪ੍ਰਭਾਤੀ ਤਾਰੇ ਖਿਸੇ, ਤਿਉਂ ਖਿਸਿਆ ਸਰੀਰ, ਇਸ ਤਰ੍ਹਾਂ ਵਿਕਾਰ। ਲੇਕਿਨ ਜਿਹੜੇ ਤਾਰੇ ਹੁੰਦੇ ਨੇ, ਇਹ ਤਾਰੇ ਹਮੇਸ਼ਾ ਆਪਣੀ ਜਗ੍ਹਾ ਉੱਥੇ ਉਂਝ ਹੀ ਰਹਿੰਦੇ ਨੇ। ਸਾਧ ਸੰਗਤ ਜੀ, ਤਾਰੇ ਐ ਨਹੀਂ ਕਿ ਦਿਹਾੜੀ ਇਹ ਲਾਈਟ ਨਹੀਂ ਦਿੰਦੇ ਨੇ ਔਰ ਰਾਤੀ ਦਿੰਦੇ ਨੇ। ਤਾਰੇ 24 ਘੰਟੇ ਇੱਕੋ ਜਿਹੇ ਹੀ ਚਮਕਦੇ ਨੇ। ਮੇਰੇ ਅੰਦਰ 24 ਘੰਟੇ ਹਮੇਸ਼ਾ ਹੀ ਵੈਸੇ ਖਿਆਲ ਆਉਂਦੇ ਨੇ ਮੰਦੇ ਵਾਲੇ। ਉਹ ਅਸੀਂ ਸ਼ੁਰੂ ਤੋਂ ਜਪਜੀ ਸਾਹਿਬ ਪੜ੍ਹਦੇ ਆ ਰਹੇ ਹਾਂ, ਕਿਸ ਤਰ੍ਹਾਂ ਮੈਨੂੰ ਪਤਾਲ ਵਾਲੇ ਮੰਦੇ ਖਿਆਲ ਆਉਂਦੇ ਨੇ। ਪਰ ਜਦੋਂ ਸੂਰਜ ਨਿਕਲਦਾ ਹੈ, ਪ੍ਰਭਾਤੀ ਤਾਰੇ ਖਿਸੇ, ਜੋ ਸੂਰਜ ਚੜ੍ਹਦਾ ਹੈ ਨਾ, ਸੱਚ ਦਾ ਗਿਆਨ ਦੀ ਨੌਲੇਜ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਤਾਰੇ ਡਿਮ ਹੋ ਜਾਂਦੇ ਨੇ, ਮੰਦੇ ਖਿਆਲ ਡਿਮ ਹੋ ਜਾਂਦੇ ਨੇ। ਪ੍ਰਭਾਤੀ ਤਾਰੇ ਖਿਸੇ, ਮੰਦੇ ਖਿਆਲ ਡਿਮ ਹੋਣ ਵਾਸਤੇ ਇੱਕੋ ਸ਼ਰਤ ਹੈ, ਸੂਰਜ ਚੜ੍ਹਨਾ ਚਾਹੀਦਾ। ਸੋ ਜਿਹੜਾ ਰਵ ਚੰਦ ਦੀਪਕ ਬੰਨੇ, ਤਾਰਕਾ ਮੰਡਲ ਜਨਕੋਤੀ, ਤੂੰ ਇੱਕ ਥਾਲ ਵਿੱਚ ਧੂਪ ਅਗਰਬੱਤੀ ਬਾਲਦਾ ਰਹਿੰਦਾ ਹੈ, ਦੇਖ ਅੰਦਰ ਧੂਪ ਮਲਿਆਣ ਲੋ। ਇੱਕ ਐਵਰੈਸਟ ਦੇ ਕੋਲ ਮੰਨਿਆ ਜਾਂਦਾ ਮਲੇ ਪਰਬਤ ਹੈ, ਵਹਾਂ ਸੇ ਖੁਸ਼ਬੂ ਆਤੀ ਹੈ, ਪਰ ਸਾਨੂੰ ਇੱਥੇ ਤੱਕ ਨਹੀਂ ਆਉਂਦੀ। ਸਾਡੇ ਨਾਲ ਦੀ ਗਲੀ ਦੇ ਅੰਦਰ ਕੂੜਾ ਕਰਕਟ ਪਿਆ ਹੋਏ, ਸਾਨੂੰ ਉਹਦੀ ਸਮੈਲ ਆ ਰਹੀ ਹੁੰਦੀ ਹੈ। ਪਰ ਜੇ ਕੂੜਾ ਕਰਕਟ ਨਾ ਪਿਆ ਹੋਏ ਤਾਂ ਵੀ ਸਾਨੂੰ ਮਲੇ ਪਰਬਤ ਦੀ ਕੋਈ ਸਮੈਲ ਨਹੀਂ ਆ ਰਹੀ ਹੁੰਦੀ। ਪਰ ਗੁਰੂ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਮਲੇ ਪਰਬਤ ਹੈ, ਰਤਨ ਜਵਾਹਰ ਮਾਣਿਕ ਦਾ ਪਰਬਤ ਹੈ, ਉੱਥੋਂ ਰੱਬੀ ਗੁਣਾ ਦੀ ਖੁਸ਼ਬੂ ਆਉਂਦੀ ਹੈ। ਧੂਪ ਮਲਿਆਣ ਲੋ, ਪਵਨ ਚਵਰੋ ਕਰੇ। ਪਵਨ ਚਵਰੋ ਕਰੇ, ਅਸੀਂ ਉਹਦੇ ਡਿਟੇਲ ਵਿੱਚ ਸਾਂਝ ਕੀਤੀ ਹੋਈ ਹੈ, ਕਿਸ ਤਰ੍ਹਾਂ ਅਵਗੁਣਾ ਦੀ ਕਾਰਬਨ ਡਾਈਆਕਸਾਈਡ ਕੱਢੀ ਜਾਣਾ ਔਰ ਚੰਗੇ ਚੰਗੇ ਗੁਣ ਲਈ ਜਾਣਾ। ਇਹ ਅੰਦਰ ਦੀ ਚੌਰ ਕਰਨਾ ਹੁੰਦਾ ਹੈ। ਇੱਕ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਬਾਹਰ ਇਸ ਤਰ੍ਹਾਂ ਚੌਰ ਕਰਦੇ ਹਾਂ, ਉਹ ਸਤਿਕਾਰ ਵਜੋਂ ਕਰਦੇ ਹਾਂ। ਜੋ ਸੁਪਰੀਮ ਅਥਾਰਟੀ ਨੂੰ ਜਾਂ ਕਿਸੇ ਕਿੰਗ ਨੂੰ ਕੀਤੀ ਜਾਂਦੀ ਸੀ, ਉਹ ਉਹਦਾ ਪ੍ਰਤੀਕ ਹੈ। ਲੇਕਿਨ ਇਹ ਜਿਹੜੀ ਪਵਨ ਚਵਰੋ ਕਰੇ, ਮੇਰੇ ਅੰਦਰ ਸਵਾਸ ਜਾਂਦਾ ਹੈ, ਆਕਸੀਜਨ ਰੂਪੀ, ਔਰ ਕਾਰਬਨ ਡਾਈਆਕਸਾਈਡ ਰੂਪੀ ਬਾਹਰ ਜਾਂਦਾ ਹੈ। ਮੀਨਸ ਚੰਗਾ ਗੁਣ ਮੈਂ ਲੈਂਦਾ ਹਾਂ ਔਰ ਅਵਗੁਣ ਛੱਡਦਾ ਜਾਂਦਾ। ਅਵਗੁਣ ਛੋੜ ਗੁਣਾ ਕੋ ਤਾਵੋ, ਇਹ ਚੌਰ ਹੁੰਦੀ ਵੀ। ਧੂਪ ਮਲਿਆਣ ਲੋ, ਪਵਨ ਚਵਰੋ ਕਰੇ, ਸਗਲ ਬਨ ਰਾਏ ਫੁੱਲੰਤ ਜੋਤੀ। ਜਿਤਨੇ ਬਾਹਰ ਫੁੱਲ ਖਿੜਦੇ ਨੇ, ਇਹਨਾਂ ਦੇ ਫੁੱਲਾਂ ਦੀ ਖਿੜਾਹਟ ਮੇਰੇ ਅੰਦਰ ਆ ਜਾਏ। ਆਨੰਦ, ਹੈਪੀਨੈਸ, ਖੇੜਾ, ਖੁਸ਼ੀ, ਵਿਗਾਸ। ਹਰ ਕਾ ਨਾਮ ਤੇ ਆਏ ਕਿ ਹੋ ਹਰਿਆ ਭਾਈ, ਕਰਮ ਲਿਖਨ ਤੇ ਪਾਈਏ ਰੁੱਤ ਸੁਆਈ। ਵਣ ਤ੍ਰੀ ਤ੍ਰੀ ਭਵਨ ਮੋਲਿਆ ਲੱਥੀ ਸਭ ਛਾਈ। ਅੰਮ੍ਰਿਤ ਬੂੰਦ ਸੁਹਾਵਣੀ, ਇਹ ਸਾਰਾ ਕੁਛ ਇਸ ਸ਼ਬਦ ਰਾਹੀਂ ਨਾ ਸਾਨੂੰ ਅੰਦਰ ਦੀ ਖੇਡ ਸਿਖਾਈ ਜਾਂਦੀ ਹੈ। ਔਰ ਜਦੋਂ ਅੰਦਰ ਦੀ ਖੇਡ ਆ ਜਾਂਦੀ ਹੈ ਨਾ, ਤਾਂ ਡਰ ਖਤਮ ਹੋ ਜਾਂਦਾ ਹੈ। ਇਸ ਕਰਕੇ ਆਰਤੀ ਦੇ ਇਸ ਧਨਾਸਰੀ ਮਹਿਲਾ ਪਹਿਲਾ ਦੇ ਸ਼ਬਦ ਵਿੱਚ ਰਾਓ ਦੀ ਪੰਕਤੀ ਹੈ, ਕੈਸੀ ਆਰਤੀ ਹੋਏ ਭਵ ਖੰਡਨਾ।
ਤੁਹਾਡਾ ਕੈਸਾ ਸਿਸਟਮ ਮੇਰੇ ਅੰਦਰ ਚੱਲ ਪਿਆ ਹੈ। ਤੁਸੀਂ ਮੇਰਾ ਭਾਵ, ਮੇਰਾ ਡਰ, ਮੇਰਾ ਫੀਅਰ ਕੱਟ ਦਿੱਤਾ ਹੈ। ਤੁਸੀਂ ਕੱਟ ਦਿੰਦੇ ਹੋ, ਸੁਣਿਆ ਸੀ ਕੱਟ ਦਿੰਦੇ ਹੋ, ਕੱਟਿਆ ਗਿਆ। ਅਨਹਤਾ ਸ਼ਬਦ ਵਾਜੰਤ ਭੇਰੀ। ਅੱਛਾ, ਹੁਣ ਮੈਂ ਬਾਹਰਲੇ ਤੂੰ ਔਰ ਉਹਦੀ ਗੱਲ ਕਰ ਰਿਹਾ ਸੀ, ਹੁਣ ਤੁਹਾਡੀ ਭੇਰੀ ਤੂੰ ਬਿਗਲ ਤੂਰੇ ਕਿਹਦਾ ਵੱਜ ਗਿਆ? ਸ਼ਬਦ ਦਾ। ਇਹਦਾ ਮਤਲਬ ਜਿਹੜਾ ਸਿੱਧਾ ਜੋਗੀਆਂ ਵਾਲੀ ਗੱਲ ਕਰਦੇ ਸਨ, ਅੰਦਰ ਸੇ ਕੋਈ ਨਾਦ ਸੁਣਾਈ ਦੇਤੇ ਹੈ। ਕਈ ਸਾਨੂੰ ਕਹਿੰਦੇ ਨੇ ਬਾਹਰਲੇ ਛੈਨੇ ਦੋ ਵਜਾ ਕੇ ਟਕਰਾ ਕੇ ਵਜਾਓ, ਬੰਸਰੀ ਨੂੰ ਫੂਕ ਮਾਰ ਕੇ ਵਜਾਓ, ਦਿਸ ਐਂਡ ਦੈਟ ਵਜਾਓ, ਲੇਕਿਨ ਅੰਦਰੋਂ ਸੁਣਾਈ ਦੇਣ ਲੱਗ ਪੈਂਦੇ ਨੇ, ਉਹ ਫਿਰ ਵੀ ਸਿੱਧਾ ਜੋਗੀਆਂ ਵਾਲਾ ਹੀ ਆਨੰਦ ਨਾਦ ਰਿਹਾ। ਗੁਰਮਤ ਵਿੱਚ, ਸੋਹਿਲੇ ਦੀ ਬਾਣੀ ਵਿੱਚ ਅਸੀਂ ਰੋਜ਼ ਪੜ੍ਹਦੇ ਪਏ ਹਾਂ ਕਿ ਕਿਹੜਾ ਨਾਦ ਵਜਿਆ? ਅਨਹਤਾ ਸ਼ਬਦ ਵਾਜੰਤ ਭੇਰੀ। ਸ਼ਬਦ ਦਾ ਨਾਦ ਵੱਜਦਾ ਹੈ। ਇਹਦਾ ਮਤਲਬ ਸੋ ਕਾਰਡ ਅਲਬੇਲੇ ਪਾਣੀ 'ਚ ਕੋਈ ਮਿਊਜ਼ਿਕ ਸੁਣਾਈ ਦਿੰਦਾ ਰਹਿੰਦਾ, ਉਸ ਨੂੰ ਗੁਰਮਤਿ ਆਨੰਦ ਨਾਦ ਨਹੀਂ ਕਹਿੰਦੇ ਨੇ। ਸ਼ਬਦ ਨਿਰੰਤਰ ਮਨ ਵਿੱਚ ਵਸ ਕੇ, ਸੁਰਤ ਸ਼ਬਦ ਮਨ ਮਾਨਾ, ਸੁਰਤ ਹਮੇਸ਼ਾ ਸ਼ਬਦ ਨਾਲ ਜੁੜੀ ਰਵੇ, ਸੱਚ ਪਾਸੇ ਟੁਰਦੀ ਰਵੇ, ਇਹ ਗਾਉਣਾ ਕਹਿਲਾਂਦਾ ਹੈ, ਇਹ ਵਾਜੰਤ ਭੇਰੀ ਕਹਿਲਾਂਦਾ ਹੈ। ਇਹਦੇ ਨਾਲ ਫਾਇਦਾ ਕੀ ਹੁੰਦਾ ਹੈ? ਫੀਅਰਲੈਸ ਹੋ ਜਾਈਦਾ ਹੈ, ਨਿਰਭਉ ਜਪੈ ਸਗਲ ਭਉ ਮਿਟਿਆ ਹੋ ਜਾਂਦਾ ਹੈ। ਜਦੋਂ ਇਨਸਾਨ ਨਿਰਭਉ ਹੋ ਜਾਂਦਾ ਹੈ ਨਾ, ਤਾਂ ਉਹਦੇ ਅੰਦਰ ਭਾਵ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਜਿਹਦੇ ਅੰਦਰ ਪਿਆਰ ਭਾਵ ਪੈਦਾ ਹੋ ਜਾਂਦਾ ਨਾ, ਉਹ ਰੱਬ ਜੀ ਦੀ ਨਿਯਮਾਵਲੀ ਦੇ ਅਧੀਨ ਰਹਿਣਾ ਸ਼ੁਰੂ ਕਰ ਦਿੰਦਾ। ਉਹਨੂੰ ਰਜ਼ਾ ਅਨੁਸਾਰ ਚੱਲਣਾ ਕਹਿੰਦੇ ਨੇ। ਉਹਨੂੰ ਕਹਿੰਦੇ ਨੇ ਰੱਬ ਜੀ ਦੀ ਭੈ ਭਾਵਨੀ ਹੇਠ ਰਹਿੰਦਾ। ਭੈ ਭਾਵਨੀ ਮੀਨਸ ਭਗਵਾਨ ਸੇ ਡਰ ਕੇ ਰਹਿਤਾ। नो, भगवान हॉरर नहीं है, कोई ड्राकुला नहीं है। ਮੀਨਸ ਰੱਬ ਜੀ ਦੇ ਨਿਯਮਾਂ ਦੇ ਅਧੀਨ ਰਹਿਣਾ। ਇਹਨੂੰ ਗੁਰਬਾਣੀ ਨਿਰਮਲ ਭਾਉ ਕਹਿੰਦੀ ਹੈ। ਨਿਰਮਲ ਭਾਉ ਵਿੱਚ ਰਹਿਣਾ। ਲਾਵਾਂ ਵਿੱਚ ਨਿਰਮਲ ਭਾਉ ਸਾਨੂੰ ਸਿਖਾਇਆ, ਤਾਂ ਰੱਬੀ ਕਮਿਕਤਾ ਪ੍ਰਾਪਤ ਹੁੰਦੀ ਹੈ, ਤਾਂ ਰੱਬ ਜੀ ਨਾਲ ਆਨੰਦ ਕਾਰਜ ਹੁੰਦਾ ਸਾਡਾ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ। ਸੋ ਅਨਹਤਾ ਸ਼ਬਦ ਵਾਜੰਤ ਭੇਰੀ। ਨਾਦ ਨਿਜ ਕਰ ਅੰਤਰਾਤਮੇ ਦਾ ਸੁਣਿਆ, ਉਸ ਦੀ ਧੁਨ ਹਮੇਸ਼ਾ ਸੁਣਦੇ ਰਹਿਣਾ ਔਰ ਉਸ ਅਨੁਸਾਰ ਟੁਰਨਾ। ਇਹ ਵਾਲੀ ਆਰਤੀ ਅੰਦਰ ਹੋਣ ਲੱਗ ਪੈਂਦੀ ਹੈ। ਵਾਵਣ ਹਾਰੇ ਨਾਦ ਵਜਾਉਣ ਵਾਲੇ ਅਸੰਖ ਚੰਗੇ ਗੁਣ, ਸਤਿਗੁਰ ਦੀ ਮੱਤ ਅਨੁਸਾਰ ਚੰਗੇ ਗੁਣ ਹੀ ਹਨ ਜੋ ਸੱਚ ਦਾ ਨਾਦ ਵਜਾਉਂਦੇ ਹਨ। ਨਹੀਂ ਤਾਂ ਅਵਗੁਣਾਂ ਨਾਲ ਸਾਡੇ ਮਨ ਦੀ ਵੀਣਾ ਦੇ ਤਾਰ ਟੁੱਟ ਜਾਂਦੇ ਨੇ, ਸਾਡਾ ਸਿਤਾਰ ਟੁੱਟ ਜਾਂਦਾ, ਸਾਡਾ ਤਬਲਾ ਟੁੱਟ ਜਾਂਦਾ ਹੈ, ਮੇਰੀ ਸੁਰਤਾਲ ਟੁੱਟ ਜਾਂਦੀ ਹੈ। ਬਾਹਰਲੇ ਨਹੀਂ, ਅੰਦਰ ਦੇ। ਜਦੋਂ ਮੇਰੀ ਵੀਣਾ ਦੀਆਂ ਤਾਰਾਂ, ਮੇਰੇ ਸਿਤਾਰ ਦੀਆਂ ਤਾਰਾਂ, ਮੇਰੇ ਸਾਜ਼ ਸੁਰ ਵਿੱਚ ਹਨ, ਅੰਦਰ ਦੇ, ਤਾਂ ਮੈਂ ਮਿੱਠਾ ਬੋਲਾਂਗਾ, ਤਾਂ ਮੈਂ ਕਿਸੇ ਨੂੰ ਇਨਸਲਟ ਨਹੀਂ ਕਰਾਂਗਾ, ਤਾਂ ਮੈਂ ਕਿਸੇ ਦਾ ਅਵਗੁਣ ਦੇਖ ਕੇ ਮਾਫ ਕਰ ਦਿਆਂਗਾ। ਐਜ਼ ਇਫ ਆਈ ਐਮ ਟਿਊਨਡ, ਐਜ਼ ਇਫ ਮੈਂ ਰੱਬ ਜੀ ਦੇ ਪੈ ਹੇਠਾਂ ਹਾਂ, ਮੈਂ ਰੱਬ ਜੀ ਦੇ ਅਧੀਨ ਟੁਰਨਾ ਚਾਹੁੰਦਾ ਹਾਂ। ਇਹ ਸਾਰੇ ਸ਼ਬਦ ਚਾਹੇ ਗਾਵਾਂ ਤੂੰ ਨੂੰ ਪੌਣ ਪਾਣੀ ਸਭ ਕੁਛ ਆਏਗਾ। ਹੁਣ ਅਗਲੀ ਪੰਕਤੀ ਚਾਹੁੰਦਾ ਨਾ, ਕੇਤੇ ਰਾਗ ਪਰੀ ਸਿਉ ਕਈਨ, ਕੇਤੇ ਗਾਵਣ ਹਾਰੇ। ਰਾਗ ਪਰੀ ਕੀ ਹੁੰਦਾ ਹੈ? ਸਾਧ ਸੰਗਤ ਜੀ, ਸਾਡੇ ਅੰਦਰ ਨਾ ਮੈਡੀਕਲ ਟਰਮਸ ਦੇ ਅੰਦਰ ਦੇਖੀਏ ਤਾਂ ਇੱਕ ਹੁੰਦਾ ਨੇ ਵੇਨਸ, ਇੱਕ ਹੁੰਦਾ ਆਰਟਰੀਜ਼, ਇੱਕ ਬਿਲਕੁਲ ਮਾਈਕਰੋਸਕੋਪਿਕ ਛੋਟੀਆਂ ਛੋਟੀਆਂ ਨਸਾਂ ਹੁੰਦੀਆਂ, ਉਹਨਾਂ ਨੂੰ ਕਹਿੰਦੇ ਨੇ ਕੈਪੀਲਰੀਜ਼। ਕੈਪੀਲਰੀਜ਼ ਬਹੁਤ ਸੂਖਸ਼ਮ ਅੰਗਾਂ ਤੱਕ ਜਾ ਕੇ, ਹੱਡੀ ਦੇ ਕਾਰਨਰ ਤੱਕ ਜਾ ਕੇ, ਸਰੀਰ ਦੇ ਇੱਕ ਅੰਗ ਤੱਕ ਜਾ ਕੇ ਉੱਥੇ ਬਲੱਡ ਪਹੁੰਚਾਉਂਦੀਆਂ ਨੇ, ਉਹਨਾਂ ਨੂੰ ਕੈਪੀਲਰੀਜ਼ ਕਹਿੰਦੇ ਨੇ। ਮੇਰੇ ਇੱਕ ਰੋਮ ਤੱਕ ਜਿਹੜਾ ਗੁਣ ਪਹੁੰਚਾਏ, ਉਹਨੂੰ ਰਾਗ ਰਤਨ ਪਰਿਵਾਰ ਪਰੀਆਂ ਕਹਿੰਦੇ ਨੇ, ਐਜ਼ ਇਫ ਕੈਪੀਲਰੀਜ਼। ਕੇਤੇ ਰਾਗ ਪਰੀ ਸਿਉ ਕਈਨ। ਜਦੋਂ ਅਸੀਂ ਬੱਚਿਆਂ ਨੂੰ ਕੋਈ ਕਹਾਣੀ ਸੁਣਾਉਂਦੇ ਆ, ਦੇਖੋ ਉਹ ਪਰੀ ਆ ਗਈ, ਬੱਚੇ ਨੂੰ ਪਰੀ ਦੀ ਜਦੋਂ ਵੀ ਗੱਲ ਆਏਗੀ, ਉਹਦੇ ਸਾਹਮਣੇ ਬੱਚੇ ਨੂੰ ਭੂਤ ਪ੍ਰੇਤ ਜਾਂ ਡਰਾਕੂਲਾ ਜਾਂ ਕੋਈ ਕੁਝ ਹੋਰ ਦੱਸਣਗੇ ਤਾਂ ਬੱਚਾ ਡਰ ਜਾਏਗਾ। ਲੇਕਿਨ ਜੋ ਹੀ ਬੱਚੇ ਦੇ ਸਾਹਮਣੇ ਪਰੀ ਦੀ ਗੱਲ ਰੱਖੀ ਜਾਏਗੀ, ਬੱਚਾ ਇੱਕਦਮ ਖਿੜ ਜਾਏਗਾ, ਬੱਚੇ ਦਾ ਸਹਿਮ ਦੂਰ ਹੋ ਜਾਏਗਾ, ਕਿਉਂਕਿ ਬੱਚੇ ਨੂੰ ਪਰੀ ਦੇ ਨਾਲ ਕੋਈ ਦਾਤ, ਕੋਈ ਗਿਫਟ ਸਮਝ ਆਉਂਦਾ ਹੈ। ਇਸ ਕਰਕੇ ਅਸੀਂ ਘਰਾਂ ਵਿੱਚ ਮਾਂ ਨੂੰ ਵੀ ਮਾਂ ਪਰੀ ਕਹਿ ਦਿੰਦੇ ਹਾਂ। ਮਾਂ ਬੱਚੇ ਨੂੰ ਹਮੇਸ਼ਾ ਪਿਓ ਪਰੀ ਨਹੀਂ ਕਹਿੰਦੇ। ਮਾਂ ਹਮੇਸ਼ਾ ਬੱਚੇ ਨੂੰ ਨਿੱਘ ਦੇਗੀ, ਪਿਓ ਦੇ ਗੁੱਸੇ ਦੇ ਅਗੇਂਸਟ ਵੀ ਬੱਚੇ ਨੂੰ ਗੱਲ ਨਾਲ ਲਾ ਕੇ ਰੱਖੇਗੀ। ਕੇਤੇ ਰਾਗਪੁਰੀ ਸੁ ਕਈਨ, ਕੇਤੇ ਗਾਵਣ ਹਾਰੇ। ਕਿਤੇ ਚੰਗੇ ਚੰਗੇ ਗੁਣ ਅੰਦਰੋਂ ਗਾਵਣ ਹਾਰੇ ਪੈਦਾ ਹੋ ਰਹੇ ਨੇ।
ਹੁਣ ਕਹਿੰਦੇ ਨੇ ਗਾਵੇਂ ਤੂੰ ਪੌਣ ਪਾਣੀ ਵੈਸੰਤਰ, ਉਹਨੂੰ ਅਸੀਂ ਪੜ੍ਹਦੇ ਹਾਂ, ਪੈ ਵਿੱਚ ਪਵਣ ਵਹਿ ਸਦਵਾਓ, ਪੈ ਵਿੱਚ ਪਵਣ ਵਹਿ ਸਦਵਾਓ, ਪੈ ਵਿੱਚ ਚੱਲੇ ਲਖ ਦਰਿਆਓ, ਪੈ ਵਿੱਚ ਚੱਲੇ ਲਖ ਦਰਿਆਓ, ਪੈ ਵਿੱਚ ਅਗਨ ਕਢੈ ਬਿਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੇਂ ਜਾਵੇਂ ਸਗਲਿਆ ਪੋ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਇੱਕ ਰੱਬ ਜੀ ਨਿਰਭਉ ਨੇ। ਜਦੋਂ ਮੇਰਾ ਮਨ ਰੱਬ ਜੀ ਨਾਲ ਇੱਕ ਹੋ ਜਾਂਦਾ ਨਾ, ਜਦੋਂ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਤਾਂ ਮੇਰਾ ਮਨ ਵੀ ਨਿਰਭਉ ਹੋ ਜਾਂਦਾ ਹੈ। ਹੁਣ ਜਦੋਂ ਇਹ ਨਿਰਭਉ ਹੋ ਜਾਂਦਾ ਹੈ ਤਾਂ ਇਹ ਜਿਹੜੇ ਗੁਣ ਵੰਡਦਾ ਉਹ ਸਾਰੇ ਮੇਰੇ ਇੰਦਰੀ ਗਿਆਨ ਇੰਦਰੀ ਇੱਕ ਇੱਕ ਰੋਮ ਰੋਮ ਉਸ ਗੁਣ ਦੇ ਅਧੀਨ ਉਸ ਰਜ਼ਾ ਅਨੁਸਾਰ ਟੁੱਟਦੇ ਨੇ। ਉਹ ਵੀ ਮਨ ਦੀ ਭੈ ਭਾਵਨੀ ਹੇਠਾਂ ਟੁੱਟਦੇ ਨੇ, ਕਿਉਂਕਿ ਮਨ ਰੱਬ ਜੀ ਦੀ ਭੈ ਭਾਵਨੀ ਹੇਠਾਂ ਟੁੱਟਦਾ ਹੈ। ਭੈ ਭਾਵਨੀ ਡਜ਼ ਨਾਟ ਮੀਨ ਡਰ ਫੀਅਰ ਹੇਠਾਂ, ਨਿਯਮ ਵਿੱਚ, ਲਾਜ਼ ਆਫ ਨੇਚਰ ਵਿੱਚ। ਦ ਲਾਜ਼ ਆਫ ਨੇਚਰ ਇਜ਼ ਦ ਵਿਲ ਆਫ ਗੋਡ। ਔਰ ਜਿਹੜਾ ਲਾਜ਼ ਆਫ ਨੇਚਰ ਅਨੁਸਾਰ ਜੀਂਦੇ ਆ ਨਾ, ਇਹਨੂੰ ਹੁਕਮ ਰਜ਼ਾ ਚੱਲਣਾ ਕਹਿੰਦੇ ਨੇ। ਇਹ ਅਸੀਂ ਪੰਕਤੀ ਅਗਲੀ ਕੱਲ੍ਹ ਤੋਂ ਸ਼ੁਰੂ ਕਰਾਂਗੇ। ਕਿਤੇ ਰਾਗ ਪਰੀਸਿਓ ਕਈਆਂ ਅਸੀਂ ਕੱਲ੍ਹ ਇੱਥੋਂ ਅੱਗੇ ਵਿਚਾਰ ਸਾਂਝ ਕਰਾਂਗੇ।